ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਅਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ तेह मिलंत जम त्रास मिटाई एक अरदास पाठ की रत की गुर रामदास राखो शरणाई एक अरदास पाठ की रत की गुर रामदास राखो शरणाई आप लिए लड़ लाए दर दर वेश से तिन धन जनिंदी माओ आए सफल से सज्जन सच्चा पातशाह सिर शाहां दै शाहो जिस पास बैठिया सोही है सबना दा वेसाहो सज्जन सच्चा पातशाह सिर शाहां दै शाहो जिस पास बैठिया सोही है सबना दा वेसाहो सतनाम श्री वाहिगुरु साहिब जी तनासरी महला पंजवा जिन तुम भेजे तिन्ह बुलाए सुख सहज सेती कर आओ आनंद मंगल गुण गाओ सहज धुन नेह चल राज कमाओ जिन तुम भेजे तिन्ह बुलाए सुख सहज सेती कर आओ आनंद मंगल गुण गाओ सहज धुन नेह चल राज कमाओ तुम कर आवो मेरे मीत तुमरे दोखी हर आप निवारे अपदा भई बेतीत रहाओ परगट कीने प्रभ करने हारे नासन भाजन थाके कर मंगल वाजह नित वाजे अपने खसम निवाजे आस्थिर रहो डोलो मत कबहू
ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂਮੰਡਲ। ਮੁਖ ਊਜਲ ਦਰਬਾਰ। ਜਿਨ ਕੇ ਜੀਅ ਤਿਨਹਿ ਫੇਰੇ। ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ। ਨਾਨਕ ਸੱਚ ਵਡਿਆਈ। ਜਿਨ ਕੇ ਜੀਅ ਤਿਨਹਿ ਫੇਰੇ। ਆਪੇ ਭਇਆ ਸਹਾਈ। ਅਚਰਜ ਕੀਆ ਕਰਨੈ ਹਾਰੈ। ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ, ਹੁਕਮ ਦੀ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਪਾਵਨ ਪਵਿੱਤਰ ਸ਼ਬਦ ਸਾਨੂੰ ਹੁਕਮ ਰੂਪ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਜ਼ਬਰ ਜ਼ੁਲਮ ਦਾ ਮੁਕਾਬਲਾ ਸਬਰ ਔਰ ਰੱਬੀ ਭਾਣੇ ਦੇ ਰੂਪ ਵਿੱਚ ਮੰਨਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੈ। ਇੱਕ ਤਾਂ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਾਂਗੇ। ਦੂਸਰਾ, ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਪਾਹੂਵਿੰਡ ਵਿਖੇ ਵੀ, ਗੁਰਦੁਆਰਾ ਸ਼ਹੀਦਾਂ ਵਿਖੇ ਵੀ, ਔਰ ਖਾਸ ਕਰਕੇ ਕੱਲ ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੋਇਆ। ਅੱਜ ਸਾਰਾ ਦਿਨ ਦੀਵਾਨ ਵੀ ਨੇ ਔਰ ਸ਼ਹੀਦਾਂ ਵਿਖੇ ਅੱਜ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਅਸਥਾਨ ਤੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਸਤਿਗੁਰੂ ਦੇ ਸਨਮੁਖ ਹੋ ਕੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ
ਸਤਿਗੁਰੂ ਜੀ ਦੀ ਰਹਿਤ ਨੂੰ ਜ਼ਿੰਦਗੀ 'ਚ ਕਮਾ ਕੇ ਗੁਰ ਪ੍ਰਸਾਦ ਦੇ ਪਾਤਰ ਬਣ ਸਕੀਏ। ਆਓ ਸ਼ਬਦ ਔਰ ਬਾਬਾ ਜੀ ਦੇ ਜੀਵਨ ਸੰਬੰਧੀ ਵੀ ਕੁਝ ਵਿਚਾਰਾਂ ਆਪ ਨਾਲ ਸਾਂਝੀਆਂ ਕਰਾਂਗਾ। ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ ਔਰ ਜੋ ਦੇਸ਼ ਪ੍ਰਦੇਸ਼ ਵਿਦੇਸ਼ਾਂ ਵਿੱਚ ਜਿਸ ਥਾਂ ਤੇ ਵੀ ਇਸ ਦੀਵਾਨ ਨੂੰ ਰੋਜ਼ ਸਰਵਣ ਕਰਦੇ ਹੋ, ਅਸੀਸ ਬਖਸ਼ੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ, ਆਪ ਜੀ ਅੰਦਰ ਦਾ ਟਿਕਾ ਬਖਸ਼ੋ। ਸਤਿਗੁਰੂ ਜੀ ਆਪ ਵਿੱਚ ਵਰਤ ਕੇ ਅੰਮ੍ਰਿਤ ਸ਼ਬਦ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਕੋਈ ਰਸਨਾ ਵਿਰਵੀ ਵਾਂਝੀ ਨਹੀਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਰਾਗ ਤਨਾਸਰੀ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ। ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਆਪ ਸਾਰੇ ਭਲੀ ਭਾਂਤ ਇਸ ਤੋਂ ਜਾਣੂ ਹੋ ਕਿ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੂੰ ਅਸੀਂ ਬਾਣੀ ਕੇ ਬੋਹਿਤ ਕਹਿੰਦੇ ਹਾਂ, ਬਾਣੀ ਦੇ ਜਹਾਜ਼ ਕਹਿੰਦੇ ਹਾਂ। ਉਂਝ ਵੈਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਗੁਰੂ ਲਈ ਜਹਾਜ਼ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਗੁਰੂ ਵਾਸਤੇ ਵੀ ਮਲਾਹ ਸ਼ਬਦ ਦਾ ਵੀ ਹਜ਼ੂਰ ਨੇ ਜ਼ਿਕਰ ਕੀਤਾ ਹੈ। ਜਿਵੇਂ ਹਜ਼ੂਰ ਦਾ ਬਚਨ ਹੁੰਦਾ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਉੱਥੇ ਸਤਿਗੁਰੂ ਨੂੰ ਜਹਾਜ਼ ਕਿਹਾ ਹੈ। ਔਰ ਖਾਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਬਚਨ ਕਰਦੇ ਨੇ ਕਿ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਇੱਕ ਜਹਾਜ਼ ਦੀ ਨਿਆਈ ਨੇ। ਆਮ ਤੌਰ ਤੇ ਜਹਾਜ਼ ਜਿਹੜਾ ਹੁੰਦਾ ਹੈ ਉਸ ਦੇ ਸਮਾਨ ਦੀ ਜਾਂ ਉਸ ਵਿੱਚ ਬੈਠਣ ਵਾਲਿਆਂ ਦੀ ਲਿਮਟ ਹੁੰਦੀ ਹੈ, ਉਹਨਾਂ ਦੀ ਸੀਮਾ ਹੁੰਦੀ ਹੈ। ਭਾਵੇਂ ਸ਼ਿਪ ਹੋਵੇ, ਸਮੁੰਦਰੀ ਬੇੜਾ ਹੋਵੇ, ਸਮੁੰਦਰੀ ਜਹਾਜ਼ ਹੋਵੇ, ਭਾਵੇਂ ਹਵਾ ਵਿੱਚ ਉੱਡਣ ਵਾਲਾ ਹਵਾਈ ਜਹਾਜ਼ ਹੋਵੇ, ਉਹਨਾਂ ਦੇ ਬੈਠਣ ਦੀ ਸਮਰੱਥਾ ਹੈ। ਪਰ ਭੱਟਾ ਨੇ ਜਹਾਜ਼ ਸ਼ਬਦ ਜ਼ਰੂਰ ਵਰਤਿਆ, ਪਰ ਉਹ ਕਹਿੰਦੇ ਨੇ ਗੁਰੂ ਅਰਜੁਨ ਦੇਵ ਉਹ ਜਹਾਜ਼ ਨੇ ਜਿਹੜੇ ਅਸੀਮ ਨੇ, ਉਹਨਾਂ ਦੀ ਕੋਈ ਸੀਮਾ ਨਹੀਂ। ਕਹਿਣ ਤੋਂ ਮੁਰਾਦ ਕਿ ਉਹਨਾਂ ਦਾ ਸਹਾਰਾ, ਉਹਨਾਂ ਦਾ ਆਸਰਾ ਜੋ ਵੀ ਲਏਗਾ, ਗੁਰੂ ਅਰਜੁਨ ਦੇਵ ਉਹਨੂੰ ਭਾਵ ਸਾਗਰ ਤੋਂ ਪਾਰ ਕਰਨਗੇ। ਭੱਟ ਸਾਹਿਬਾਨ ਜੀ ਦਾ ਬਚਨ ਹੈ, ਕਲਯੁਗ ਜਹਾਜ਼ ਅਰਜੁਨ ਗੁਰੂ। ਇਸ ਘੋਰ ਕਲਯੁਗ ਦੇ ਸਮੇਂ ਵਿੱਚ ਗੁਰੂ ਅਰਜੁਨ ਦੇਵ ਜਹਾਜ਼ ਦੀ ਤਰ੍ਹਾਂ ਨੇ। ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਭੇ ਤਰੋ। ਉਹ ਇੰਨੇ ਸਮਰੱਥ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੰਦੇ ਆ ਜਾਂ ਤਰ ਸਕਦੀ ਹੈ। ਇਹਦਾ ਮਤਲਬ ਕਿ ਆ ਜਿਹੜਾ ਸਤਿਗੁਰਾਂ ਦਾ ਬਚਨ ਹੈ, ਸ਼ਬਦ ਹੈ, ਇਹ ਸੱਚਮੁੱਚ ਜਹਾਜ਼ ਹੈ। ਜਿਵੇਂ ਸਮੁੰਦਰ ਦੀਆਂ ਛੱਲਾਂ ਵਿੱਚੋਂ, ਲਹਿਰਾਂ ਵਿੱਚੋਂ ਜਹਾਜ਼ ਬਚਾ ਕੇ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ, ਇਸੇ ਤਰ੍ਹਾਂ ਪਿਆਰਿਓ ਜਿਹੜਾ ਗੁਰੂ ਕਾ ਸ਼ਬਦ ਹੈ ਇਸ ਭਵ ਸਾਗਰ ਵਿੱਚ ਜਹਾਜ਼ ਦੀ ਤਰ੍ਹਾਂ ਹੈ, ਜਿਹੜਾ ਸ਼ਬਦ ਦਾ ਓਟ ਆਸਰਾ ਲੈਂਦਾ ਹੈ
ਸ਼ਬਦ ਜਹਾਜ਼ ਉਸ ਜੀਵ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਉਂਝ ਵੈਸੇ ਇੱਕ ਲਫ਼ਜ਼ ਕਾਵਿ ਰੂਪ ਵਿੱਚ ਵੀ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਮੈਂ ਕਾਵਿਕ ਲਫ਼ਜ਼ ਵਰਤਿਆ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ। ਉਹਨਾਂ ਦੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਦੇ ਵਿੱਚ ਦਰਜ ਹੈ। ਉਹਨਾਂ 30 ਰਾਗਾਂ ਦੇ ਵਿੱਚੋਂ ਇੱਕ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਇਸ ਅੰਮ੍ਰਿਤ ਸ਼ਬਦ ਦੇ ਸੰਬੰਧ ਵਿੱਚ ਇੱਕ ਤਾਂ ਆਰੰਭ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ ਕਿ ਜੋ ਸ਼ਬਦਾਰਥ ਪੋਥੀਆਂ ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਨੇ ਜਾਂ ਸੰਪਰਦਾਈ ਅਸੀਂ ਅਰਥ ਦੇਖਨੇ ਆ, ਇਹਨਾਂ ਤੁਕਾਂ ਦੀ ਇਸ ਸ਼ਬਦ ਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਜਦੋਂ ਵਡਾਲੀ ਤੋਂ ਵਾਪਸ ਆਉਂਦੇ ਆ ਤੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਮੇਰੀ ਫਿਰ ਬੇਨਤੀ ਹੈ, ਕੁਝ ਵਿਦਵਾਨਾਂ ਨੇ ਇਹਦੇ ਅਰਥ ਅੰਤਰੀਵ ਹੀ ਕੀਤੇ ਆ, ਇਹ 'ਚ ਕੋਈ ਸ਼ੱਕ ਨਹੀਂ। ਉੱਥੇ ਜਿੰਦੇ ਲਫ਼ਜ਼ ਵੀ ਵਰਤਿਆ ਹੈ ਕਿ ਹੇ ਮੇਰੀਏ ਜਿੰਦੇ ਤੂੰ ਵਾਪਸ ਆ ਜਾ। ਪਰ ਇਹ ਗੱਲ ਹੈ ਮਨ ਨੂੰ ਤਾਂ ਕਹਿ ਸਕਨੇ ਆ ਤੂੰ ਵਾਪਸ ਆ ਜਾ, ਬਾਹਰ ਭੱਜਣਾ, ਪਰ ਜਿੰਦ ਸਰੀਰ ਵਿੱਚੋਂ ਨਿਕਲ ਜਾਏ ਤੇ ਛੇਤੀ ਕਿਉਂ ਵਾਪਸ ਆਉਂਦੀ ਕੋਈ ਨਹੀਂ। ਜਿੰਦ ਨਿਕਲੀ ਕੋਈ ਕਦੀ ਵਾਪਸ ਆਈ ਹੈ? ਇਸ ਸ਼ਬਦ ਦੇ ਸੰਬੰਧ ਵਿੱਚ ਮੈਂ ਫਿਰ ਅਰਜ਼ ਕਰਾਂ, ਇਹਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਗਏ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤੇ ਉਸ ਵਕਤ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਵੇਂ ਬਾਬਾ ਪਿਰਥੀ ਚੰਦ ਜੀ ਨੇ ਵਿਰੋਧ ਕੀਤਾ, ਘਰ ਦੇ ਵਿੱਚ ਕਲੇਸ਼ ਪਾਇਆ, ਜਸੁਲੀ ਚੜ ਕੇ ਆਉਣ ਦੀ ਜ਼ਿਕਰ ਤਵਾਰੀਖ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਉਹਨਾਂ ਉੱਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਹਮਲੇ ਕੀਤੇ ਗਏ, ਭਾਵੇਂ ਦਾਈ ਵੱਲੋਂ, ਭਾਵੇਂ ਖੜਾਵੇ ਵੱਲੋਂ, ਭਾਵੇਂ ਸਪੇਰੇ ਵੱਲੋਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਲਈ ਜਾਂ ਖਤਮ ਕਰਨ ਦੇ ਲਈ ਅਨੇਕਾਂ ਕੋਝੀਆਂ ਚਾਲਾਂ ਚਲੀਆਂ ਗਈਆਂ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਕਿਹਾ ਜਾਂਦਾ ਹੈ ਜਦੋਂ ਇਹ ਸਾਰੀਆਂ ਘਟਨਾਵਾਂ, ਇਹ ਮੁਸੀਬਤਾਂ ਖਤਮ ਹੋ ਰਹੀਆਂ ਨੇ ਤੇ ਇਹ ਸ਼ਬਦ ਸਤਿਗੁਰਾਂ ਨੇ ਉਦੋਂ ਉਚਾਰਨ ਕੀਤਾ ਜਦੋਂ ਵਾਪਿਸ ਆਏ ਨੇ। ਤੇ ਇਸ ਨੂੰ ਜਿਹੜੀਆਂ ਭੂਮਿਕਾਵਾਂ ਨੇ ਜਾਂ ਉਥਾਨਕਾਵਾਂ ਨੇ ਵਾਹਿਗੁਰੂ, ਐਵੇਂ ਅਸੀਂ ਹਰ ਉਥਾਨਕਾਂ ਨੂੰ ਖੰਡਨ ਨਾ ਕਰੀਏ। ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਹੜੇ ਸਤਿਗੁਰੂ ਨੇ ਸਥਾਨ ਦੇ ਉੱਤੇ ਇੱਕ ਸਥਾਨ ਤੇ ਬੈਠ ਕੇ ਪਰਥਾਏ ਉਚਾਰਨ ਕੀਤੇ ਨੇ। ਕਿਸੇ ਦੇ ਪਰਥਾਏ ਕਹੇ ਨੇ, ਪਰ ਉਹ ਪਰਥਾਏ ਕਹੇ ਹੋਏ ਜਿਹੜੇ ਸ਼ਬਦ ਨੇ, ਉਚਾਰਨ ਕੀਤੇ ਜਿਹੜੇ ਸ਼ਬਦ ਨੇ, ਉਹ ਸਮਾਂ ਬੀਤਣ ਤੋਂ ਬਾਅਦ ਵੀ ਆਪਣੇ ਰੂਹਾਨੀ ਅਰਥ ਜਿਹੜੇ ਨੇ ਉਹਨਾਂ ਨੂੰ ਖਤਮ ਨਹੀਂ ਹੋਣ ਦਿੰਦੇ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਈ ਸ਼ਬਦ ਪੜ੍ਹਨੇ, ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਆ, ਉਜਲ ਕਿਹਾ ਚਿਲਕਣਾ, ਘੋਟਮ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤੇ। ਸੋਈ ਰਾਗ ਦਾ ਸ਼ਬਦ ਹੈ। ਇਸ ਦੇ ਅੰਮ੍ਰਿਤ ਬਚਨ ਰਹਾਉ ਨੇ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਸਨ। ਹਰ ਵਿਦਵਾਨ ਇਹ ਗੱਲ ਕਹਿੰਦਾ ਵੀ ਇਹ ਸ਼ਬਦ ਜਿਹੜਾ ਹਜ਼ੂਰ ਨੇ ਤੁਲੰਬੇ ਸੱਜਣ ਦੇ ਸੁਧਾਰ ਹਿਤ ਉਚਾਰਨ ਕੀਤਾ ਹੈ।
ਜਿਹਨੂੰ ਸੱਜਣ ਠੱਗ ਕਿਹਾ ਜਾਂਦਾ ਸੀ। ਬੜੀ ਵਾਰੀ ਆਪ ਜੀ ਨੇ ਹੁਕਮਨਾਮਾ ਵੀ ਆਇਆ। ਮੈਂ ਬੇਨਤੀ ਕਰਾਂਗਾ ਇਸ ਦੀ ਉਥਾਨਕਾ ਨੂੰ ਅਸੀਂ ਸਾਰੇ ਸਵੀਕਾਰ ਕਰਨੇ ਕਿ ਇਹ ਸ਼ਬਦ ਹਜ਼ੂਰ ਨੇ ਸੱਜਣ ਦੇ ਉਧਾਰ ਵਾਸਤੇ ਉਚਾਰਨ ਕੀਤਾ, ਪਰ ਉਹ ਤੁਲੰਬੇ ਦੀ ਧਰਤੀ ਤੇ ਉਚਾਰਿਆ। ਦੇਖੋ ਸਮਾਂ ਬੀਤਣ ਦੇ ਨਾਲ ਸੱਜਣ ਦਾ ਸਰੀਰ ਵੀ ਚਲਾ ਗਿਆ, ਪਰ ਜੋ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਰੂਹਾਨੀ ਸ਼ਬਦ ਉਚਾਰਨ ਕੀਤਾ, ਭਾਵੇਂ ਉਹ ਸੱਜਣ ਦੇ ਪਰਥਾਇਕ ਹੈ, ਪਰ ਅੱਜ ਵੀ ਉਹ ਸ਼ਬਦ ਆਪਣੀ ਪੂਰੀ ਮਹਾਨਤਾ ਰੱਖਦਾ ਹੈ। ਉਹ ਰੂਹਾਨੀ ਅਰਥ ਅੱਜ ਵੀ ਕਾਇਮ ਰੱਖਦਾ ਹੈ। ਜੁਗਾਂ ਜੁਗਾਂ ਤੱਕ ਉਹ ਸ਼ਬਦ ਦੇ ਅਰਥ ਰੂਹਾਨੀ ਕਾਇਮ ਰਹਿਣਗੇ। ਅੱਜ ਵੀ ਸਤਿਗੁਰੂ ਉਹਨਾਂ ਬਿਰਤੀ ਵਾਲੇ ਲੋਕਾਂ ਨੂੰ ਜਿਹੜੇ ਧਰਮ ਦਾ ਲਿਬਾਸ ਪਾਉਂਦੇ ਨੇ ਜਾਂ ਮਲੂਕੀ ਵੇਸ਼ ਰੱਖਦੇ ਨੇ, ਅੰਦਰੋਂ ਛਲ ਕਪਟ ਕਰਕੇ ਜੀਵਾਂ ਦਾ ਘਾਤ ਕਰਦੇ ਨੇ, ਸਤਿਗੁਰੂ ਦਾ ਇਹ ਸ਼ਬਦ ਅੱਜ ਵੀ ਉਹਨਾਂ ਦੇ ਪਰਥਾਏ ਰਹੇਗਾ। ਦੂਸਰਾ, ਜਦੋਂ ਅਸੀਂ ਸਤਿਗੁਰਾਂ ਦਾ ਇਹ ਬਚਨ ਪੜ੍ਹਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਤੇ 7 ਵਾਰਾਂ ਸਤਿਗੁਰਾਂ ਨੇ ਸ਼ਬਦ ਵੇ ਲਾਲੋ ਵਰਤਿਆ ਸ਼ਬਦ ਦੇ ਅੰਦਰ ਕਿ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਨ ਵੇ ਲਾਲੋ। ਹੁਣ ਵੇ ਲਾਲੋ ਸੰਬੋਧਨ ਕੀਤਾ ਗਿਆ ਭਾਈ ਲਾਲੋ ਜੀ ਨੂੰ, ਪਰ ਸਮਾਂ ਬੀਤਣ ਦੇ ਨਾਲ ਭਾਵੇਂ ਉਹ ਸਾਰਾ ਸ਼ਬਦ ਉਸ ਵਕਤ ਦੇ ਆਉਣ ਵਾਲੇ ਸਮੇਂ ਦੇ ਹਾਲਾਤ ਵੀ ਦੱਸ ਰਿਹਾ, ਭਾਵੇਂ ਉਹ ਭਾਈ ਲਾਲੋ ਦੇ ਗ੍ਰਹਿ ਵਿਖੇ ਹਜ਼ੂਰ ਕਹਿ ਰਹੇ ਨੇ, ਪਰ ਗੁਰਮਖੋ ਸਦੀਆਂ ਲੰਘਣ ਤੋਂ ਬਾਅਦ ਵੀ ਉਹ ਸ਼ਬਦ ਆਪਣੀ ਰੂਹਾਨੀ ਜਿਹੜੀ ਬਖਸ਼ਿਸ਼ ਹੈ ਉਹਨੂੰ ਸਮੇਟ ਕੇ ਸਾਡੀ ਅਗਵਾਈ ਕਰਦਾ ਹੈ। ਇੱਕ ਨਹੀਂ ਬੜੇ ਬਚਨ ਨੇ, ਜਿਵੇਂ ਹੁਣ ਸੁਲਗੀ ਤੇ ਨਾਰਾਇਣ ਰਾਖ, ਇਹ ਵੀ ਤਾਂ ਸ਼ਬਦ ਦੀ ਉਥਾਨਕਾ ਇਹੀ ਹੈ ਨਾ ਕਿ ਸੁਲੀ ਦੀ ਮੌਤ ਹੁੰਦੀ ਹੈ, ਗੁਰੂ ਅਰਜੁਨ ਦੇਵ ਸ਼ਬਦ ਉਚਾਰਦੇ ਨੇ। ਇਸ ਤੋਂ ਪਹਿਲਾਂ ਜਿਹੜਾ ਇਹ ਬਚਨ ਪੜਿਆ ਜਾਂਦਾ ਹੈ, ਪ੍ਰਥਮੇ ਮਤਾ ਜੇ ਪਤਰੀ ਚਲਾਮੂ, ਦੁਤੀਆ ਮਤਾ ਦੋ ਮਾਨਕ ਪਹੁੰਚਾਮੂ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਵੀ ਤਾਂ ਹਜ਼ੂਰ ਦਾ ਸ਼ਬਦ ਉਥਾਨਕਾ, ਇਹ ਹਿਸਟਰੀ ਵੀ ਇਹਦੇ ਵਿੱਚ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਭਗਤਾਂ ਦੇ, ਜਿਵੇਂ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਵੀ ਉਥਾਨਕਾ ਤਾਂ ਹੈ ਨਾ। ਜਿਵੇਂ ਅਸੀਂ ਪਾਠ ਕਰਨੇ ਆ, ਹਸਤ ਖਿਲ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਡੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੁਣ ਇਹ ਵੀ ਸ਼ਬਦ ਤਾਂ ਹਿਸਟਰੀ ਨੂੰ ਬਿਆਨ ਕਰਦਾ ਭਗਤ ਨਾਮਦੇਵ ਜੀ ਦੇ। ਮੈਂ ਫਿਰ ਬੇਨਤੀ ਕਰਾਂ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਇਹ ਵੀ ਤਵਾਰੀਖ ਦਾ ਜ਼ਿਕਰ ਕਰਦਾ। ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, ਇਆਂ ਮੂਰਤ ਕੈ ਖੌਂ ਬਲਿਹਾਰੈ। ਇਹ ਵੀ ਤਾਂ ਸ਼ਬਦ ਤਵਾਰੀਖ ਦੀ ਗੱਲ ਕਰ ਰਹੇ। ਜਿਵੇਂ ਅੰਮ੍ਰਿਤ ਬਾਣੀ ਵੀ ਸੁਲਤਾਨ ਪੁੱਛੇ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਹਾਲਾਂ ਉਹ ਹੱਡ ਬੀਤੀ ਹੈ ਭਗਤ ਨਾਮਦੇਵ ਜੀ ਦੀ, ਪਰ ਉਸ ਦੀ ਉਥਾਨਕਾ ਵੀ ਮੈਂ ਬੇਨਤੀ ਕਰਾਂ ਵਾਪਰੀ ਕੋਈ ਘਟਨਾ ਨਾਲ ਸੰਬੰਧਿਤ ਹੈ। ਤੇ ਜੇ ਇਹਦੇ ਅਰਥ ਅਸੀਂ ਇਹ ਵੀ ਕਰਾਂਗੇ ਕਿ ਮਹਾਰਾਜ ਵਾਪਿਸ ਹੁੰਦੇ ਆ, ਤੇ ਹਜ਼ੂਰ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ, ਤੇ ਇਹ ਕੋਈ ਅਤ ਕਥਨੀ ਨਹੀਂ। ਪਰ ਖੈਰ, ਮੈਂ ਆਪ ਨੂੰ ਬੇਨਤੀ ਕਰਾਂ, ਸਤਿਗੁਰੂ ਜੀ ਇਸ ਅੰਮ੍ਰਿਤ ਬਚਨ ਦੇ ਅੰਦਰ ਬਖਸ਼ਿਸ਼ ਕਰਦੇ ਆ ਕਿ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਾਨੂੰ ਬਾਹਰ ਭੇਜਿਆ, ਇਹਦੇ ਅਰਥ ਜੇ ਇਉਂ ਕਰੀਏ ਤਾਂ ਜਿਨ ਤੁਮ ਭੇਜੇ ਤਿਨੈ ਬੁਲਾਏ। ਜਿਸ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਨੇ ਬਾਹਰ ਭੇਜਿਆ, ਉਹਨੇ ਫਿਰ ਵਾਪਸ ਇੱਥੇ ਬੁਲਾ ਲਿਆ ਹੈ। ਤੇ ਮਹਾਰਾਜ ਕਹਿ ਰਹੇ ਆ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਸੇਤੀ ਘਰ ਆਹੋ। ਸੁਖ ਨਾਲ ਆਤਮ ਅਡੋਲਤਾ ਸਹਿਜ ਅਵਸਥਾ ਵਿੱਚ ਟਿਕ ਕੇ ਆਪਣੇ ਘਰ ਦੇ ਵਿੱਚ ਆ ਜਾਓ। ਮੈਂ ਫਿਰ ਬੇਨਤੀ ਕਰਾਂਗਾ, ਕਿਉਂਕਿ ਇਸ ਗੱਲ ਨੂੰ ਕਈ ਵੀ ਹੋਵੇਗਾ ਜੀ ਇਹ ਸ਼ਬਦ ਤਾਂ, ਹਾਲਾਂਕਿ ਮੈਂ ਇਹਦੇ ਅੰਤਰੀਵ ਅਰਥ ਵੀ ਕਰਨੇ, ਕਿਉਂਕਿ ਬੜੇ ਸ਼ਬਦ ਐਸੇ ਨੇ ਜਿਹੜੇ ਅਸੀਂ ਦੁਨਿਆਵੀ ਮਰਿਆਦਾ ਲਈ ਵਰਤਨੇ ਆ, ਪਰ ਉਹਨਾਂ ਦੇ ਅਰਥ ਅੰਤਰੀਵ ਨੇ। ਜਿਵੇਂ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ, ਸੋਈ ਰਾਗ ਦੇ ਸੰਤ ਨੇ ਜਦੋਂ ਅਸੀਂ ਵਿਵਾਹ ਕਰਨੇ ਆ, ਸ਼ਾਦੀ ਆਨੰਦ ਕਾਰਜ ਕਰਨੇ ਆ, 4 ਲਾਵਾਂ ਦਾ ਪਾਠ ਕਰਨੇ,
ਤੇ ਅਸਲ 'ਚ ਜਿੰਨੇ ਵੀ ਗੁਰਮੁਖ ਪਿਆਰੇ ਆ, ਜਦੋਂ ਉਹ ਚਾਰ ਲਾਵਾਂ ਦੇ ਅਰਥ ਕਰਨਗੇ ਤੇ ਇਹ ਹੀ ਕਹਿਣਗੇ ਕਿ ਇਹ ਚਾਰ ਲਾਵਾਂ ਸਾਡੇ ਆਤਮਿਕ ਜੀਵਨ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਕੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। दूसरी लाम है हर दूजड़ी लाम सतगुर पुरख मिलाया बलराम जीओ। हर तीजड़ी लाम मन चाओ पाया बैरागियां बलराम जीओ। हर चौथड़ी लाम मन सहज पाया सहज पाया। हुण आ जेड़े प्रवृत्ति कर्म सतगुर पुरख बैराग ते सहज अवस्था, ये चारे दे चारे बचन जेड़े ने आत्मक जीवन नाल संबंधित ने। पर आपां दुनियावी रस्म भी मर्यादा फिर निभांदे ही नहीं इहदे नाल। शब्द रूहानी अर्थ रख रहा है पर मर्यादा असी दुनियावी विआह दी भी करने पे। इहदा भाव यह भी जे लईए कि जिस परमात्मा ने बाहर भेजिया सी उन्हां वापस बुलाया है, अपने घर विच सुख नाल सहज नाल टिक जाओ। अंतरीव अर्थ कि जेड़ा मन बाहर भटकदा है, बाहर खिंडिया है, फुरने बनांदा है, जे परमात्मा की खेड देखिए भटकाण वाला भी होवे ते खिंचण वाला भी वो है, भेजण वाला भी वो है। इनू फिर बेनती नूं सुनियो कि बाहर भी वही करदा ते अंदर भी वही करदा। जिवें आप हजूर दी बाणी च ये पौड़ी पढ़दे हो कि हुक्मी होवन आकार हुक्म न कहा जाई, हुक्मी होवन जी हुक्म लै वडियाई, हुक्मी उत्तम नीच हुक्म लिख दुख सुख पाइए। एक ना हुक्मी बख्शीस एक हुक्मी सदा पवाइए। हुण भटकना भी बाहर मुखी जाना भी तो उहदी खेड है ना। हजूर कहंदे ने जिन्ने बाहर भेजिया सी उन्हें खिच पा के अंदर बुला लिया। हजूर कहंदे जिन तू भेजे तिने बुलाए, जिसने बाहर मुखी किया उन्हें अंदर बुला लिया। महाराज कहंदे सुख सहज सेती घर आओ। सुख नाल सहज नाल अपने इस घर दे विच आ जाओ। सुख सहज सेती घर आओ, अपने घर विच टिक जाओ। गुरमुखो जिहड़ा अपना घर है ना, जिन्हों ग्रह कहने, अपने घर वर्गा सुख किते भी नहीं। संसारी तौर ते भी ते रूहानी तौर ते भी अपने अंदर विच अपने आपे भी जिहड़ा सुख है वह बाहर किते भी नहीं। इसे करके सतगुरां ने बाणी विच बड़े बचन घर दे प्रथाए कृत कीते। जिवें असीं पाठ करने आ, निज घर महल पावो सुख सहजे, बौर न होए गो फेरा, थिर कर बैसो हर जन प्यारे, सतगुर तुमरे काज सवारे। असीं हजूर दे बचन ये सारे पढ़ने। हजूर कहंदे ने जिन्ने बाहर मुखी कीता उन्हें ही सानू अंदरूनी मुखी कीता। जिन तू भेजे तिने बुलाए, सुख सहज सेती घर आओ। सुख नाल सहज अवस्था विच अपने घर विच टिक जाओ। मैं एक होर थोड़ी जी बेनती आप नूं करदा जावां। देखो जिहड़ी भी चीज परमात्मा ने जड़ चेतन बनाई है ना जी, वो अपने असले नाल, असला मतलब वो जिहड़ा जिथों पैदा हुई है ना जी, वो ओदे वल एक दिन जरूर जाएगी। भावें वो किन्नी दूरी बन जाए, वो वापस जिथों उपजी है उत्थे वापस ही जाएगी। उन्होंने वो खिंचेगा। दास कई बारी बेनती करदा है कि असी देखो आ जमीन ते अग बालने, अग किसे रूप विच भी बालो, आपां लकड़ां दी बालीए, कोयले दी बालीए, इत्थों तक कि तेल नाल अग बालो, भावें आ गैस वाले सिलेंडर ने इहदे नाल अग बालो, कक्खां नूं अग लगे, भावें लकड़ नूं, भावें कोयले नूं, भावें तेल नूं, जिथे भी अग बलेगी ना, उहदा एक सुभाग है कि बलदियां सार अग दियां लपटां जिहड़ियां ने वो आसमान वल जांदियां। किते भी बले, किसे मुल्क विच बले, कदी आप जी ने देखिया भी अग बली होवे ते ओदी लाट लपटां थल्ले नीचे नूं जाण। जिथे भी अग बलेगी ओदियां चंगियाड़ियां, ओदियां लपटां आसमान वल जाणगियां। इहदा कारण की? सियाणे पुरुष कहंदे आ कि आ जमीन तो पानी उड़दा, आप बन के समुंदर तो पानी उड़दा, आसमान भी जांदा, आकाश भी जांदा,
ਤੇ ਫਿਰ ਉਹੀ ਪਾਣੀ ਜਿਹੜਾ ਬਰਖਾ ਬਣ ਕੇ ਮੀਂਹ ਦਾ ਰੂਪ ਧਾਰਨ ਕਰਕੇ ਧਰਤੀ ਤੇ ਬਰਸਦਾ ਹੈ। ਇਸ ਬੇਨਤੀ ਨੂੰ ਫਿਰ ਅਰਜ਼ ਹੈ ਕਿ ਆਪ ਜੀ ਦੇਖੋ, ਜ਼ਮੀਨ ਤੇ ਅੱਗ ਬਲੇ, ਉਹਦੀਆਂ ਚੰਗਿਆੜੀਆਂ, ਉਹਦੀ ਲਪਟਾਂ ਅਸਮਾਨ ਵੱਲ ਜਾਂਦੀਆਂ ਨੇ, ਤੇ ਜਿਹੜਾ ਜ਼ਮੀਨ ਤੋਂ ਪਾਣੀ ਉੱਡ ਕੇ ਅਸਮਾਨ ਵੱਲ ਗਿਆ ਉਹ ਵਾਪਸ ਫਿਰ ਧਰਤੀ ਦੇ ਉੱਤੇ ਬੂੰਦ ਬੂੰਦ ਬਣ ਕੇ ਬਰਸਦਾ ਹੈ। ਇਸ ਦਾ ਵੀ ਇੱਕ ਕਾਰਨ ਹੈ। ਜ਼ਮੀਨ ਤੇ ਬਲਦੀ ਹੋਈ ਅੱਗ ਉਹ ਅਸਮਾਨ ਵੱਲ ਤਾਂ ਜਾ ਰਹੀ ਹੈ ਕਿ ਉਸ ਅੱਗ ਦਾ ਮੂਲ ਸਰੋਤ ਜਿਹੜਾ ਸੂਰਜ ਹੈ ਉਹ ਅਸਮਾਨ ਦੇ ਵਿੱਚ ਹੈ, ਤੇ ਅੱਗ ਦੀ ਨਿੱਕੀ ਤੋਂ ਨਿੱਕੀ ਚੰਗਿਆੜੀ ਵੀ ਉਹ ਆਪਣੇ ਮੂਲ ਅਸਲੇ, ਆਪਣੇ ਮੂਲ ਸਰੋਤ ਨਾਲ ਮਿਲਣਾ ਚਾਹੁੰਦੀ ਹੈ। ਅਸਮਾਨ ਵਿੱਚ ਗਿਆ ਹੋਇਆ ਪਾਣੀ ਵਾਪਸ ਧਰਤੀ ਤੇ ਤਾਂ ਹੁੰਦਾ ਹੈ ਕਿ ਜਿਸ ਸਮੁੰਦਰ ਤੋਂ ਉਹ ਵਿਛੜਿਆ ਹੈ ਉਹ ਆਪਣੇ ਅਸਲੇ ਨੂੰ, ਆਪਣੇ ਸਰੋਤ ਨੂੰ ਦੁਬਾਰਾ ਮਿਲਣਾ ਚਾਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਬਾਹਰ ਮੁਖੀ ਵੀ ਉਹ ਕਰਦਾ ਹੈ, ਅੰਦਰੂਨੀ ਤੌਰ ਤੇ ਵੀ ਉਹ ਆਪ ਹੀ ਖਿੱਚ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਿਸ ਨੇ ਬਾਹਰ ਮੁਖੀ ਕੀਤਾ ਉਹਨੀ ਆਵਾਜ਼ ਦਿੱਤੀ, ਹੁਣ ਆਪਣੇ ਅੰਦਰ ਆ ਜਾਓ। ਕਿਉਂਕਿ ਇਹ ਸ਼ਬਦ ਨਾ ਅਖੀਰ ਵਿੱਚ ਇਹਦੇ ਅਰਥ ਪਹਿਲੀ ਤੁਕ ਦੇ ਫਿਰ ਹੋਣਗੇ। ਮਹਾਰਾਜ ਬਖਸ਼ਿਸ਼ ਕਰਨਗੇ, ਜਿਨ ਤੁਮ ਭੇਜੇ, ਜਿਨੇ ਭੇਜਿਆ ਉਹਨੇ ਵਾਪਸ ਬੁਲਾ ਲਿਆ, ਆ ਜਾਓ। ਸੁਖ ਨਾਲ, ਆਤਮਕ ਅਵਸਥਾ ਨਾਲ, ਸਹਿਜ ਨਾਲ, ਅਡੋਲਤਾ ਨਾਲ ਆਪਣੇ ਘਰ ਵਿੱਚ ਟਿਕ ਜਾਵੋ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ। ਤੁਸੀਂ ਆਪਣੇ ਘਰ 'ਚ ਆ ਕੇ ਆਨੰਦ ਮੰਗਲ ਨਾਲ ਪਰਮਾਤਮਾ ਦੀਆਂ ਸਿਫਤਾਂ ਕਰੋ, ਸਹਿਜ ਧੁਨੀ ਨੂੰ ਤੁਸੀਂ ਆਪਣੇ ਅੰਦਰ ਮਾਣੋ। ਫਿਰ ਬੇਨਤੀ ਹੈ ਕਿ ਵਾਪਸ ਘਰ ਵਿੱਚ ਆ ਜਾਓ, ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ। ਇਹ ਵੀ ਬਚਨ ਹਜ਼ੂਰ ਨੇ ਬਹੁਤ ਬਖਸ਼ਿਸ਼ ਭਰੇ ਕੀਤੇ। ਆਨੰਦ ਮੰਗਲ ਦਾ ਲਫ਼ਜ਼ੀ ਅਰਥ ਅਸੀਂ ਇਹ ਕਰਨੇ ਆ ਖੁਸ਼ੀ। ਮੰਗਲ ਦਾ ਅਰਥ ਪ੍ਰਸੰਨਤਾ, ਖੁਸ਼ੀ ਹੁੰਦਾ ਹੈ। ਪਰ ਗੁਰਮਖੋ ਅਸਲ 'ਚ ਆਨੰਦ ਲਫ਼ਜ਼ ਜਿਹੜਾ ਹੈ ਨਾ, ਇਹ ਜ਼ਬਾਨ ਨਾਲ ਕਹਿਣ ਮਾਤਰ ਨਹੀਂ। ਚਲੋ ਅਸੀਂ ਸਾਡੇ ਸਿੱਖੀ 'ਚ ਲਫ਼ਜ਼ ਬੜਾ ਵਰਤਿਆ ਜਾਂਦਾ ਜੀ, ਆਨੰਦ ਹੈ, ਤੇ ਦੋ ਸ਼ਬਦ ਅਸੀਂ ਬੜੇ ਵਰਤਨੇ ਆ, ਇੱਕ ਆਨੰਦ ਤੇ ਇੱਕ ਨਿਹਾਲ। ਵੀ ਨਿਹਾਲ ਮੈਂ ਅਰਜ਼ ਕਰਨਾ ਹੁੰਦਾ, ਸਤਿਗੁਰਾਂ ਨੇ ਨਾ ਜੀ ਆਨੰਦ ਸਾਹਿਬ ਦੀ ਬਾਣੀ ਵੀ ਸਾਨੂੰ ਬਖਸ਼ਿਸ਼ ਕੀਤੀ। ਆਨੰਦ ਕੇਵਲ ਥੋੜੀ ਚਿਰੀ ਖੁਸ਼ੀ ਦਾ ਨਾਮ ਨਹੀਂ। ਆਨੰਦ ਦਾ ਅਰਥ ਥੋੜਾ ਜਿਹਾ ਮਨ ਪ੍ਰਸੰਨ ਹੋਇਆ, ਕਿਉਂਕਿ ਦੁਨੀਆ ਦੀਆਂ ਜਿੰਨੀਆਂ ਵੀ ਖੁਸ਼ੀਆਂ ਨੇ ਨਾ ਜੀ, ਹਰ ਖੁਸ਼ੀ ਥੋੜੀ ਚਿਰੀ ਹੈ। ਹਰ ਖੁਸ਼ੀ ਦੇ ਵਿੱਚ ਗਮੀ ਲੁਕੀ ਹੋਈ ਹੈ। ਜਿੰਨੀ ਵੀ ਅਸੀਂ ਕੋਈ ਖੁਸ਼ ਹੁੰਦਾ ਹੈ, ਉਸ ਹਰ ਖੁਸ਼ੀ ਦਾ ਜਿਹੜਾ ਅੰਤ ਹੈ ਉਹ ਗਮੀ ਨਾਲ ਹੁੰਦਾ ਹੈ। ਬੱਚਾ ਜਨਮ ਲੈਂਦਾ ਹੈ, ਖੁਸ਼ੀ ਹੈ ਨਾ, ਪ੍ਰਸੰਨਤਾ ਹੈ, ਪਰ ਜਿਹਦਾ ਜਨਮ ਹੋਇਆ ਉਹਦੀ ਇੱਕ ਦਿਨ ਮੌਤ ਹੋਣੀ, ਉਸ ਖੁਸ਼ੀ ਵਿੱਚ ਇੱਕ ਮਾਤਮ ਵੀ ਲੁਕਿਆ ਹੋਇਆ ਹੈ। ਕੋਈ ਚੀਜ਼ ਆਪਾਂ ਬਣਾਉਂਦੇ ਆ, ਖੁਸ਼ ਹਾਂ, ਤੇ ਜਦੋਂ ਬਿਨਸਦੀ ਉਹਦੇ ਵਿੱਚ ਗਮ ਵੀ ਹੈ। ਪਰ ਇਹ ਜਿਹੜਾ ਆਨੰਦ ਮੰਗਲ ਸਹਿਜ ਧੁਨ ਹੈ, ਇਹ ਪਿਆਰਿਓ ਅਸਲ ਵਿੱਚ ਆਤਮਿਕ ਅਵਸਥਾ ਉਹ ਹੈ। ਆਨੰਦ ਉਸ ਨੂੰ ਇੱਕ ਤਾਂ ਅਸੀਂ ਪੜ੍ਹਨੇ ਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਖਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਵੀ ਆਨੰਦ ਹੈ ਨਾ ਜੀ, ਸਤਿਗੁਰੂ, ਮੰਗਲ, ਰਾਗ ਰਤਨ ਪਰਿਵਾਰ ਭਰੀਆਂ ਦਾ ਜ਼ਿਕਰ। ਉਂਝ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਆਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚ ਨਾ ਹਜ਼ੂਰ ਨੇ ਆਹ ਬਚਨ ਕੀਤੇ ਆ, ਆਨੰਦ ਕੀ ਹੈ? ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਹੈ ਆਨੰਦ ਦੀ ਪਰਿਭਾਸ਼ਾ 40 ਪੌੜੀਆਂ ਵਿੱਚੋਂ, ਕਿ ਜਿਸ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ, ਉਸ ਦੇ ਅੰਦਰ ਦੇ ਸਾਰੇ ਕਿਲਵਿਖ ਜਿਹੜੇ ਨੇ ਉਹ ਕੱਟ ਦਿੰਦਾ ਹੈ, ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਇਸੇ ਵੈਸੇ ਆਨੰਦ ਮੰਗਲ ਉਹ ਅਵਸਥਾ ਹੈ। ਇਹਦਾ ਮਤਲਬ ਇਹ ਨਹੀਂ ਕਿ ਜਿਹਦੇ ਕੋਲ ਆਨੰਦ ਮੰਗਲ ਹੋ ਗਿਆ ਉਹਨੂੰ ਬਾਹਰ ਦਾ ਦੁੱਖ ਨਹੀਂ ਆਉਂਦਾ। ਕਿਉਂਕਿ ਫਿਰ ਸੁਣਿਓ,
ਆਨੰਦ ਮੰਗਲ ਦਾ ਅਰਥ ਇਹ ਨਹੀਂ ਕਿ ਉਹਨੂੰ ਬਾਹਰ ਦੀ ਕੋਈ ਤਕਲੀਫ ਨਹੀਂ ਆਉਣੀ। ਆਨੰਦ ਮੰਗਲ ਅੰਦਰ ਦੀ ਉਹ ਬਖਸ਼ਿਸ਼ ਭਰੀ ਅਵਸਥਾ ਹੈ ਕਿ ਬਾਹਰੋਂ ਭਾਵੇਂ ਜਿਤਨਾ ਮਰਜੀ ਮੁਸੀਬਤ ਦੁੱਖ ਉਹਦੇ ਤੇ ਪਹਾੜ ਟੁੱਟ ਪਵੇ, ਪਰ ਉਹਦੇ ਅੰਦਰ ਦੀ ਆਤਮਿਕ ਆਨੰਦ ਵਾਲੀ ਅਵਸਥਾ ਨੂੰ ਕੋਈ ਖੋ ਸਕਦਾ ਹੀ ਨਹੀਂ। ਜਿਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ। ਉਹ ਅਵਸਥਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਆਨੰਦ ਮੰਗਲ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਂਕੈ ਲੋਭ ਮੋਹ ਅਭਿਮਾਨਾ। ਹਰ ਇੱਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਦੁਖ ਨਾਹੀ ਸਭ ਸੋਖੀ ਹੈ ਰੇ ਆਹ ਹੈ ਆਨੰਦ ਮੰਗਲ। ਮਹਾਰਾਜ ਕਹਿੰਦੇ ਨੇ ਬਾਹਰ ਗਏ ਤੂੰ ਵਾਪਸ ਆ ਜਾ। ਮਹਾਰਾਜ ਕਰਨ ਦਿਨ ਜਿਨ ਤੂੰ ਭੇਜੇ ਤਿਨੈ ਬੁਲਾਏ ਸੁਖ ਸਹਿਜ ਸੇਤੀ ਕਰ ਆਓ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਆਤਮਿਕ ਅਵਸਥਾ ਪ੍ਰਭੂ ਦੇ ਗੁਣ ਗਾਓ। ਅਗਲਾ ਬਚਨ ਨਿਹਚਲ ਰਾਜ ਕਮਾਓ। ਨਿਹਚਲ ਅਟਲ ਰਾਜ ਜਿੰਨੇ ਕਦੀ ਖਤਮ ਨਹੀਂ ਹੋਣਾ। ਹਜ਼ੂਰ ਕਹਿੰਦੇ ਨੇ ਆਪਣੇ ਆਤਮਿਕ ਜੀਵਨ ਦੇ ਉਸ ਨਿਹਚਲ ਰਾਜ ਨੂੰ ਕਮਾਉਣਾ ਕਰੋ। ਤੁਮ ਕਰ ਆਵੋ ਮੇਰੇ ਮੀਤ। ਹਜ਼ੂਰ ਕਹਿੰਦੇ ਨੇ ਖੇ ਮੇਰੇ ਮਿੱਤਰ ਤੁਸੀਂ ਆਪਣੇ ਘਰ ਵਿੱਚ ਆ ਜਾਓ, ਆਪਣੇ ਘਰ ਵਿੱਚ ਟਿਕ ਜਾਵੋ। ਤੁਮਰੇ ਦੋਖੀ ਹਰ ਆਪ ਨਿਵਾਰੇ ਆਪਦਾ ਭਈ ਬੇਤੀਤ। ਜਿਹੜੇ ਤੁਹਾਡੇ ਦੋਖੀ ਸਨ, ਤੁਹਾਡੇ ਨਾਲ ਮਾੜਾ ਕਰਨਾ ਚਾਹੁੰਦੇ ਸਨ, ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਦੂਰ ਕਰ ਦਿੱਤਾ ਹੈ। ਜਿਹੜੀ ਮੁਸੀਬਤ, ਜਿਹੜੀ ਆਪਦਾ ਪਈ ਸੀ ਜਾਂ ਜਿਹੜੀ ਮੁਸ਼ਕਿਲ ਆ ਬਣੀ ਸੀ, ਉਹ ਸਾਰਾ ਮੁਸੀਬਤ ਵਾਲਾ ਦਿਨ ਨਿਕਲ ਗਏ ਨੇ। ਉਹ ਮੁਸੀਬਤ ਵਾਲੀਆਂ ਘੜੀਆਂ ਨਿਕਲ ਗਈਆਂ। ਮੈਂ ਪਹਿਲਾਂ ਅੱਖਰੀ ਅਰਥ ਕੀਤੇ, ਅੰਤਰੀਵ ਅਰਥ। ਹੇ ਮਨਾ ਤੂੰ ਆਪਣੇ ਘਰ ਵਿੱਚ ਆ ਜਾ। ਜਿਹੜੇ ਤੈਨੂੰ ਘਰ ਵਿੱਚ ਟਿਕਣ ਨਹੀਂ ਸਨ ਦਿੰਦੇ, ਫਿਰ ਸੁਣਿਓ, ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ। ਕੌਣ ਨਹੀਂ ਸਨ ਘਰ ਟਿਕਣ ਦਿੰਦੇ? ਬਾਹਰ ਕੌਣ ਭਜਾ ਰਹੇ ਸਨ? ਕਾਮ ਨਹੀਂ ਸੀ ਟਿਕਣ ਦਿੰਦਾ, ਕ੍ਰੋਧ ਨਹੀਂ ਸੀ ਟਿਕਣ ਦਿੰਦਾ। ਜਿੰਨੀ ਵਾਸ਼ਨਾ ਦੀ ਬਿਰਤੀ ਉਹ ਮਨ ਨੂੰ ਬਾਹਰ ਮੁਖੀ ਕਰਦੀ ਸੀ। ਮਹਾਰਾਜ ਕਹਿੰਦੇ ਹੁਣ ਆ ਜਾਓ ਘਰ, ਕਿਉਂਕਿ ਜਿਹੜੇ ਤੁਹਾਨੂੰ ਤੰਗ ਕਰਦੇ ਸਨ ਉਹ ਸਾਰੇ ਵੈਰੀ ਬਾਹਰ ਚਲੇ ਗਏ। ਨਸ ਵੰਝੋ ਕਿਲ ਵਿਖੋ ਕਰਤਾ ਕਰ ਆਇਆ। ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ। ਤੁਹਾਡੇ ਦੋਖੀਆਂ ਤੋਂ ਤੁਹਾਨੂੰ ਆਪ ਛੁਟਕਾਰਾ ਕਰਾ ਦਿੱਤਾ। ਮੁਸੀਬਤ ਵਾਲੇ ਦਿਨ ਜਿਹੜੇ ਨੇ ਉਹ ਬਤੀਤ ਹੋ ਗਏ ਹਨ। ਰਹਾਉ ਇਹ ਸਤਿਗੁਰਾਂ ਨੇ ਜਿਹੜੀਆਂ ਦੋ ਤੁਕਾਂ ਨੇ, ਤੁਮ ਕਰ ਆਵੋ ਮੇਰੇ ਮੀਤ, ਇਹ ਦੋ ਤੁਕਾਂ ਰਹਾਉ ਦੇ ਬਚਨ ਹਨ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ। ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਹੁਣ ਸੰਸਾਰ ਵਿੱਚ ਇਹ ਪ੍ਰਗਟ ਕਰ ਦਿੱਤਾ। ਜਿਹੜੀ ਨਾਸਨ ਭਾਜਨ ਨੱਠ ਭੱਜ ਸੀ ਜੀ, ਸਿੱਧੇ ਪੰਜਾਬੀ ਦੇ ਸ਼ਬਦ, ਮਨ ਦੀ ਭਟਕਣਾ ਸੀ, ਉਹ ਸਾਰੀ ਪਰਮਾਤਮਾ ਨੇ ਨਿਵਰਤ ਕੀਤੀ ਹੈ। ਘਰ ਬੰਗਲ ਵਾਜਹ ਨਿਤ ਵਾਜੇ ਆਪਣੇ ਖਸਮ ਨਿਵਾਜੇ। ਹੁਣ ਇਸ ਹਿਰਦੇ ਰੂਪੀ ਘਰ ਵਿੱਚ ਖੁਸ਼ੀ ਦੇ ਵਾਜੇ ਰੋਜ਼ ਵੱਜਦੇ ਆ। ਇਹ ਆਪਣੀ ਕਮਾਈ ਨਾਲ ਨਹੀਂ,
उस पार ब्रह्म परमेश्वर खसम वैगुरु ने इस दी नवाजिश कीती है। असथिर रहो डोलो मत कबहू, गुर कै बचन आधार। हुण इस अंदर नूं स्थिर किवें रख सकीए? ਜਿਹੜੀ ਬਾਬਾ ਜੀ ਸਤਿਗੁਰੂ ਕਹਿ ਰਿਹਾ ਵੀ ਹੁਣ ਦੁਸ਼ਮਨ ਦੋਖੀ ਸਾਰੇ ਚਲੇ ਗਏ, ਦੁਸ਼ਟ ਦੂਤ ਪਰਮੇਸ਼ਰ ਮਾਰੇ ਵਾਲੀ ਬਖਸ਼ਿਸ਼ ਹੋ ਗਈ, ਇਹ ਕਿਵੇਂ ਸਥਿਰ ਰੱਖੀਏ? ਸਤਿਗੁਰੂ ਕਹਿੰਦੇ ਨੇ ਅਸਥਿਰ ਰਹੋ, ਡੋਲੋ ਮਤ ਕਬਹੂ, ਅਡੋਲ ਹੋ ਜਾਓ। ਹੁਣ ਡੋਲੋ ਨਾ। ਤੇ ਮਹਾਰਾਜ ਕਿਹੜੀ ਚੀਜ਼ ਹੈ ਜਿਹੜੀ ਡੋਲਣ ਤੋਂ ਬਚਾ ਸਕੇ? ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਡੋਲਣ ਤੋਂ ਬਚਾ ਸਕਦਾ ਹੈ ਤੇ ਸਤਿਗੁਰੂ ਜੀ ਦਾ ਸ਼ਬਦ ਹੈ, ਗੁਰੂ ਦਾ ਜਿਹੜਾ ਬਚਨ ਹੈ ਨਾ, ਉਹਨੂੰ ਆਧਾਰ ਬਣਾ ਲਈਏ। ਸ਼ਬਦ ਅੰਦਰ ਨੂੰ ਡੋਲਣ ਨਹੀਂ ਦਿੰਦਾ। ਫਿਰ ਅਰਜ਼ ਹੈ, ਮਨ ਵੀ ਤਾਂ ਇੱਕ ਖਿਆਲ ਹੈ ਨਾ ਜੀ, ਭਟਕਦਾ ਖਿੰਡਦਾ। ਜਦੋਂ ਸ਼ਬਦ ਦਾ ਸਹਾਰਾ ਮਿਲ ਜਾਏਗਾ ਫਿਰ ਇਹ ਮਨ ਡੋਲੇਗਾ ਨਹੀਂ, ਇਹ ਅਡੋਲ ਹੋ ਜਾਏਗਾ। ਇਹਨੂੰ ਸਮਝਣ ਲਈ ਇੱਕ ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ, ਮਨ ਜਿਹੜੀ ਚੀਜ਼ ਦਾ ਸਹਾਰਾ ਲਏਗਾ ਨਾ ਉਹੋ ਜਿਹਾ ਇਹ ਬਣ ਜਾਏਗਾ। ਇਹ ਕਾਮੀ ਵੀ ਬਣ ਜਾਂਦਾ, ਕ੍ਰੋਧੀ ਵੀ। ਬਾਬਾ ਜੀ ਨੇ ਕਿਹਾ ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਕਿਤੇ ਜੋਗੀ, ਕਦੀ ਭੋਗੀ, ਕਿਤੇ ਸੰਸਾਰੀ। ਇੱਕ ਬਚਨ ਹੋਰ ਕਬੀਰ ਸਾਹਿਬ ਦਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹਾ ਰੁੱਖ ਤੇ ਬਹੇਗਾ ਮਨ, ਇੱਕ ਪੰਛੀ ਮੰਨ ਲਓ, ਜੇ ਸੇਬ ਦੇ ਰੁੱਖ ਤੇ ਬੈਠਾ ਹੈ ਤੇ ਚੁੰਝ ਮਾਰੇਗਾ, ਸੇਬ ਵਾਲਾ ਸਵਾਦ ਆਉਣਾ। ਜੇ ਮੰਨ ਲਓ ਅਨਾਰ ਦੇ ਰੁੱਖ ਤੇ ਬੈਠਾ ਹੈ ਤੇ ਉੱਥੇ ਚੁੰਝ ਮਾਰੇਗਾ ਤੇ ਅਨਾਰ ਦਾ ਰਸ ਆਉਣਾ। ਜੇ ਅੰਬ ਦੇ ਪੇੜ ਤੇ ਬੈਠਾ ਉਹਦੇ ਫਲ ਦਾ ਰਸ ਆਵੇਗਾ। ਜਿਵੇਂ ਪੰਛੀ ਜਿਸ ਰੁੱਖ ਤੇ ਬੈਠੇਗਾ ਉਸ ਰੁੱਖ ਦੇ ਫਲ ਦਾ ਸਵਾਦ ਆਏਗਾ। ਇਹ ਮਨ ਪੰਛੀ, ਤੂੰ ਜਿਹੋ ਜੀ ਸੰਗਤ ਕਰੇਗਾ ਉਹੋ ਜੇ ਤੈਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ। ਜੇ ਤੂੰ ਮੰਨ ਲਓ ਬਾਹਰ ਮੁਕੀ ਖਿੰਡਿਆਂ ਵਿੱਚ ਬਹਿਨਾ, ਤੇਰਾ ਅੰਦਰ ਕੋਈ ਦਿਨਾਂ ਬਾਅਦ ਖਿੰਡ ਜਾਣਾ। ਜੇ ਤੂੰ ਬੰਦਗੀ ਵਾਲੇ, ਸੇਵਾ ਵਾਲੇ, ਭਜਨੀਕ ਪੁਰਸ਼ ਉਹਨਾਂ ਦੀ ਸਤ ਸੰਗਤ ਵਿੱਚ ਰਹਿਣਾ, ਮੰਨ ਲਓ ਸਤਿਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਨਾ, ਤੇ ਤੇਰਾ ਮਨ ਖੋਜਾ ਹੋ ਜਾਏਗਾ। ਸਿੱਧੀ ਗੱਲ ਕਿ ਡੋਲਦੇ ਹੋਏ ਦਾ ਸਹਾਰਾ ਸਾਨੂੰ ਡੁਲਾਏਗਾ। ਅਡੋਲ ਦਾ ਸਹਾਰਾ ਜਿਹੜਾ ਸਾਡੇ ਡੋਲਦੇ ਹੋਏ ਮਨ ਨੂੰ ਅਡੋਲ ਕਰੇਗਾ। ਇਹਨੂੰ ਸਮਝਣ ਲਈ ਭਗਤ ਜੀ ਦਾ ਇੱਕ ਬਚਨ ਹੈ। ਇੱਕ ਆਦਮੀ ਮੰਨ ਲਓ ਰੁੱਖ ਹੈ, ਉਹਦੇ ਟਾਹਣ ਉੱਤੇ ਬੈਠ ਗਿਆ, ਬ੍ਰਿਕਸ਼ ਬੜਾ ਵੱਡਾ, ਉਹਦੇ ਟਾਹਣ ਤੇ ਬੈਠ ਗਏ। ਤੇ ਆਪ ਸਭ ਨੂੰ ਪਤਾ ਹੈ ਜਦੋਂ ਤੇਜ਼ ਹਵਾ ਚੱਲੇਗੀ ਜਾਂ ਹਨੇਰੀ ਆਏਗੀ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦਾ ਜਿਹੜਾ ਰੁੱਖ ਉੱਤੇ ਬੈਠਾ ਉਹ ਹਿੱਲੇ ਨਾ। ਜੇ ਟਾਹਣ ਹਿੱਲੇਗਾ ਤੇ ਜਿਹੜਾ ਬੈਠਾ ਉਹਨੇ ਵੀ ਤੇ ਨਾਲ ਹਿੱਲਣਾ ਹੈ ਨਾ, ਕਿਉਂਕਿ ਟਾਹਣ ਜਿਹਨੇ ਸਹਾਰਾ ਲਿਆ ਉਹ ਖੁਦ ਹਿੱਲ ਰਿਹਾ, ਉਹ ਖੁਦ ਡੋਲ ਰਿਹਾ। ਤੇ ਜਿਹੜਾ ਆਪ ਡੋਲ ਰਿਹਾ ਤੇ ਉਹਦਾ ਸਹਾਰਾ ਲੈਣ ਵਾਲਾ ਡੋਲੇਗਾ। ਰੁੱਖ ਦੇ ਟਾਹਣ ਤੇ ਬੈਠਾ ਹੋਇਆ ਬੰਦਾ ਡੋਲੇਗਾ ਕਿਉਂਕਿ ਟਾਹਣ ਖੁਦ ਡੋਲ ਰਿਹਾ। ਤੇ ਜਿਹੜਾ ਪਹਾੜ ਦਾ ਸਹਾਰਾ ਲੈ ਲੇਗਾ ਉਹਨੇ ਕਿੱਥੇ ਡੋਲਣਾ, ਕਿਉਂਕਿ ਪਹਾੜ ਕੋਈ ਹਿੱਲ ਥੋੜਾ ਰਿਹਾ। ਪਰਮਾਤਮਾ ਦਾ ਸ਼ਬਦ ਅਡੋਲ ਹੈ, ਮਾਇਆ ਡੋਲਣੀ ਹੈ, ਸ਼ਬਦ ਨਹੀਂ ਡੋਲਣਾ। ਬਾਬਾ ਜੀ ਨੇ ਕਿਹਾ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਖਾਰ, ਡੋਲਦੀ ਪਈ ਹੈ। ਭਾਵੇਂ ਡੋਲਣੀ ਦਾ ਅਰਥ ਮੈਨੂੰ ਪਤਾ ਹੈ ਬਰਤਨ ਭਾਂਡਾ ਵੀ ਕੀਤਾ ਹੈ, ਪਰ ਗੁਰੂ ਦਾ ਸ਼ਬਦ ਇਹਨੂੰ ਕਬੀਰ ਸਾਹਿਬ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। हे परमात्मा तू मेरा अडोल पहाड़ की तरह सहारा है, मैं तेरी ओट ली है, ओट गई मैं तेरी, ना तुम डोलो ना हम गिरते, रख लीनी कर मेरी, जे तू डोलना नहीं तो मैं किथे डिगना है। महाराज कह रहे ने गुरु अर्जुन देव अस्थिर रहो, डोलो मत कब हूं, कदी ना डोलियो, पर ता अस्थिर रहोगे गुर कै बचन आधार। जे गुरु दे बचन नूं अपनी जिंदगी का सहारा बनावांगे। जय जयकार सगल भूमंडल, मुख उजल दरबार। इस सारे जगत विच जय जयकार होवेगी। जय जयकार सगल भूमंडल, मुख उजल दरबार।
ਉਹਨਾਂ ਦੇ ਮੁਖ ਵੀ ਉਜਲੇ ਹੋਣਗੇ। ਉਹਨਾਂ ਦੇ ਮੁਖ ਪ੍ਰਮਾਤਮਾ ਦੀ ਦਰਗਾਹ ਵਿੱਚ ਉਜਲੇ ਨੇ, ਜਿਹੜੇ ਪਰਮੇਸ਼ਵਰ ਦੇ ਨਾਮ ਦਾ ਸਹਾਰਾ ਲੈਂਦੇ ਹਨ। ਜਿਨ ਕੇ ਜੀਅ ਤਿਨਹਿ ਫੇਰੇ, ਆਪੇ ਭਇਆ ਸਹਾਈ। ਜਿਨ ਕੇ ਜੀ ਤਿਨੈ ਕੀ ਫੇਰੇ। ਫਿਰ ਧਿਆਨ ਨਾਲ ਸੁਣਿਓ, ਫੇਰੇ ਦਾ ਅਰਥ ਹੈ ਵਾਪਸ ਲੈ ਆਂਦੇ, ਪਰਤਾ ਦਿੱਤੇ, ਮੁੜ ਆਏ। ਫੇਰੇ ਦਾ ਅਰਥ ਵੈਸੇ ਆਪਾਂ ਇਹ ਵੀ ਕਹਿੰਦੇ ਆ ਵੀ ਬਹੁਤ ਜਨਮ ਵਿਛਰੇ ਤੇ ਮਾਧੋ, ਆਉਣਾ ਜਾਣਾ ਵੀ ਫੇਰਾ ਹੈ। ਹੁਣ ਇੱਥੇ ਫੇਰੇ ਦਾ ਅਰਥ ਹੈ ਮੋੜਨਾ, ਵਾਪਸ ਲੈ ਆਉਣਾ। ਜਿਹਨੂੰ ਸਤਿਗੁਰੂ ਨੇ ਪਹਿਲੀ ਤੁਕ ਵਿੱਚ ਕਿਹਾ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਕਰ ਆਓ। ਹੁਣ ਉੱਥੇ ਸਤਿਗੁਰੂ ਫਿਰ ਅਖੀਰ 'ਚ ਕਹਿ ਰਹੇ ਨੇ, ਜਿਸ ਕੇ ਜੀ ਤਿਨੈ ਕੀ ਫੇਰੇ। ਜਿਸ ਪਰਮਾਤਮਾ ਦੇ ਇਹ ਜੀਵ ਨੇ, ਉਸ ਪਰਮਾਤਮਾ ਨੇ ਇਹਨਾਂ ਨੂੰ ਵਾਪਸ ਲੈ ਆਂਦਾ, ਇਹਨਾਂ ਨੂੰ ਫੇਰਾ ਪਾ ਦਿੱਤਾ, ਇਹ ਮੁੜ ਆਏ ਹਨ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਜਿਨ ਕੇ ਜੀ ਤਿਨੇ ਕੀ ਫੇਰੇ, ਆਪੇ ਭਇਆ ਸਹਾਈ। ਉਸ ਕਰਨਹਾਰ ਪਰਮਾਤਮਾ ਨੇ ਆਪ ਸਹਾਇਤਾ ਕੀਤੀ, ਅਚਰਜ ਖੋਡ ਖੇਡ ਵਾਪਰੀ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ, ਇਹ ਪਰਮਾਤਮਾ ਦੀ ਅਚਰਜ ਵਡਿਆਈ ਹੈ, ਜਿਨੇ ਬਾਹਰ ਗਿਆ ਨੂੰ ਵਾਪਸ ਘਰ ਵਿੱਚ ਲੈ ਆਂਦਾ ਹੈ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਹੈ। ਮੈਂ ਥੋੜੀ ਜਿਹੀ ਬੇਨਤੀ ਉਹਨਾਂ ਸੰਬੰਧੀ ਜ਼ਰੂਰ ਕਰ ਦੇਵਾਂ। ਆਪ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੈਸੇ ਤਾਂ ਸਾਰੀ ਗੱਲ ਇੱਕ ਓੰਕਾਰ ਨਾਲ ਹੈ ਸੰਬੰਧਿਤ, ਇੱਕ ਪਰਮਾਤਮਾ। ਪਰ ਮੈਂ ਕਈ ਵਾਰੀ ਬੇਨਤੀ ਕਰਨਾ, ਇੱਕ ਅਕਾਲ ਪੁਰਖ ਦੀ ਸਿਫਤ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਦਰ ਤੋਂ ਨਾਮ ਦੀਆਂ ਦਾਤਾਂ ਦੇਣ ਵਾਲੇ ਸਤਿਗੁਰੂ ਦੀ ਸਿਫਤ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵਿੱਚ ਰਤੀ ਹੋਈ, ਗੁਰੂ ਨਾਲ ਜੁੜੀ ਹੋਈ ਆਤਮਾ, ਉਸ ਦੀਆਂ ਵੀ ਸਿਫਤਾਂ ਕੀਤੀਆਂ ਗਈਆਂ ਨੇ। ਇਸ ਬੇਨਤੀ ਨੂੰ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਨਾਲ ਜਿਹੜੇ ਬਚਨ ਬਿਲਾਸ ਕੀਤੇ, ਮੈਂ ਸੰਖੇਪ ਜਿਹਾ ਕਿਹਾ। ਭਾਈ ਸਾਹਿਬ ਨੇ ਪੁੱਛਿਆ, ਦਾਤਾ ਜੀ ਆਪ ਜੀ ਦੇ ਦਰਸ਼ਨ, ਹਜ਼ੂਰ ਨੇ ਉੱਥੇ ਤਿੰਨ ਗੱਲਾਂ ਸਮਝਾਈਆਂ। ਕਹਿੰਦੇ ਇੱਕ ਰੂਪ ਤਾਂ ਮੇਰਾ ਹੈ ਨਿਰਗੁਣ, ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਹੈ, ਤੇ ਉਹ ਨਿਰਗੁਣ ਰੂਪ ਤੂੰ ਜਿੱਥੇ ਵੀ ਜਾਏਗਾ ਤੇਰੇ ਨਾਲ ਹੋਵੇਗਾ। ਜਿਵੇਂ ਜਿੱਥੇ ਵੀ ਜਾਈਏ ਅਸਮਾਨ ਆਕਾਸ਼ ਸਾਡੇ ਨਾਲ ਹੈ ਨਾ ਜੀ, ਕਿਤੇ ਵੀ ਜਾਓ ਅਸਮਾਨ ਸਿਰ ਤੇ ਹੀ ਰਹਿਣਾ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਨਿਰਗੁਣ ਰੂਪ ਜਿਹੜਾ ਉਹ ਸਰਬ ਵਿਆਪੀ ਹੈ, ਜਿਹਨੂੰ ਅਸੀਂ ਕਹਿੰਦੇ ਆ ਤੂੰ ਸਭਨੀ ਥਾਈ ਜਿੱਥੈ ਹੋਂ ਜਾਈ। ਜਾਂ ਬਾਣੀ ਬਚਨ ਕਰਦੀ ਏ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਾਂ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਸਰਬ ਵਿਆਪਕ ਹੈ ਨਾ ਹਰ ਥਾਂ ਤੇ। ਮਹਾਰਾਜ ਕਹਿੰਦੇ ਆਨੰਦ ਲਾਲ ਇੱਕ ਮੇਰਾ ਰੂਪ ਹੈ ਨਿਰਗੁਣ, ਤੀਨ ਰੂਪ ਹੈ ਮੋਹੇ ਕੇ, ਸੁਣੋ ਆਨੰਦ ਚਿਤ ਲਾਏ। ਪਹਿਲਾ ਨਿਰਗੁਣ, ਦੂਜਾ ਸਰਗੁਣ, ਤੀਸਰਾ ਗੁਰੂ ਸ਼ਬਦ ਕਹੂੰ ਤੋਹੇ ਸਮਝਾਏ। ਇੱਕ ਨਿਰਗੁਣ ਹੈ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ, ਏਕ ਰੂਪ ਤਿਉ ਗੁਣ ਤੇ ਪਰੈ, ਨੇਤ ਨੇਤ ਜੇ ਨਿਗਮ ਉਚਰੈ, ਜਿਹਨੂੰ ਨੇਤ ਨੇਤ ਕਿਹਾ ਜਾਂਦਾ। ਜਿਵੇਂ ਪਾਣੀ ਦੇ ਘੜੇ ਵਿੱਚ ਅਸਮਾਨ ਹੈ, ਇਸੇ ਤਰ੍ਹਾਂ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਹਨੂੰ ਅਸੀਂ ਨਿਰਗੁਣ ਕਹਿੰਦੇ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਦੂਸਰ ਰੂਪ ਗ੍ਰੰਥ ਹੈ ਮੋਰ। ਦੂਸਰਾ ਮੇਰਾ ਜਿਹੜਾ ਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਪਿਆਰਿਓ ਭਾਈ ਨੰਦ ਲਾਲ ਸਾਹਿਬ ਨੂੰ ਮਹਾਰਾਜ ਕਹਿ ਰਹੇ, ਦੂਸਰ ਰੂਪ ਗ੍ਰੰਥ ਹੈ ਮੋਰ। ਮਹਾਰਾਜ ਕਹਿੰਦੇ ਦੂਜਾ ਰੂਪ ਜਿਹੜਾ ਹੈ ਵਾਹਿਗੁਰੂ, ਇਹ ਗੁਰੂ ਗ੍ਰੰਥ ਸਾਹਿਬ ਹੈ। ਦੂਸਰਾ ਰੂਪ ਗ੍ਰੰਥ ਜੀ ਜਾਨ, ਵਾਹਿਗੁਰੂ ਇਹ ਤੋਂ ਕਹਿ ਦੂਸਰਾ ਰੂਪ ਗ੍ਰੰਥ ਜੀ ਜਾਨ, ਇਨੋ ਅੰਗ ਮੇਰੋ ਕਰਮਾਨ, रोम रोम अक्षर सो लहो, बात यथार्थ तुम सो कहो, जो सी गुर दर्शन की चाहे, दर्शन करे ग्रंथ जी आहे, प्रभात समय करके स्नान, तीन प्रदक्षिणा करे सुजान।
जो ममसात करन चै बात, ग्रंथ जी पढ़े विचारे साथ। महाराज कहते जिन्हों दर्शना की चांग है ना, वो गुरु ग्रंथ साहिब दी इशनान करके दर्शन करे, पाठ करे। ते अगला सवाल सी, निर्गुण भी है, शब्द भी है, ते जेड़ा जे इस रूप विच देखना होवे, जेड़ा तुहाडा महाराज गुण स्वरूप है, कहन लगे सदा ली रहेगा। महाराज शरीर तां बिनसनहार है। हजूर कहंदे नंद लाल आ जेड़ा मेरा तू स्वरूप देख रहे हैं, ये जिन्नी देर तक इंसान इस धरती ते रहेगा। महाराज किवें? कहन लगे जेड़े सिख दिन रात गुरबाणी च रते रहणगे, उन्हां रंग रतड़ियां दे चेहरे देखी, उन्हां विचों मेरे दीदार होणगे। ये सदा ली रहेगा। मैं आज क्योंकि आपां बाबा जी का जिक्र थोड़ा जा करके जाना है, महाराज कहने तीसरा रूप मेरा सिख है। तीसरा रूप जड़ा है, तीसरा रूप सिख है मोर, गुरबाणी रत निस अर भोर। जड़ा दिन रात बाणी च रत्ता होया, वो मेरा अपना रूप है। पर इसनूं फिर सुनियो, रूप है, अभेद है, वो कदी भी गुरु तो वखरी अपनी खोंद नहीं कायम करता। वो गुरु विच समाया ना। धन धन बाबा दीप सिंह जी, उन्हां दा जन्म आप सब नूं पता है, पर फिर भी जिस दिन उन्हां दिहाड़ा है, इतिहास का जिक्र करना, आप जी दे नजदीक पिंड पाहोविंड विखे होया है। बाबा जी दे सन्मानयोग पिता जी का नाम भाई भगता है। उन्हां दे सन्मानयोग माता जी का नाम माता जिउनी है। गुरसिੱਖੀ दी बख्शीश घर दे विच है। नाम रखा गया बच्चे का दीप। हालांकि उन्हां दे जन्म साल के संबंध विच जो मर्जी को कही जाए, उस संबंधी काफ़ी मतभेद ने। पर जिवें असीं कहने 75 साल की उम्र, इन्नी साल की उम्र शहीद होए, फिर इतिहासकार की करते हैं, शहादत वाली तरीक तो पिछा नूं गिनना शुरू करते हैं भी जे 75 होणगे, इस ढंग नाल 1680-82 के लागे चागे की गल करते हैं जी। मैं आपनूं बेनती करा कि उन्हां दा जन्म पिंड पाओविंड होया। पिता जी बाबा भगता जी, माता माता जिउनी जी। इथों परिवार श्री आनंदपुर साहिब गया। उथों अमृत की दात धन गुरु गोबिंद सिंह महाराज जी तो लई जी। दीप तो नाम दीप सिंह बन गया। माता पिता जी कुछ समा आनंदपुर साहिब टिके, परिवार वापस आ गया। सन्मानयोग बाबा दीप सिंह जी जिहड़े ने वो आनंदपुर साहिब जी टिक गए। उत्थे उन्होंने गुरबाणी, फारसी अरबी जबान का भी उत्थे तालीम लई। घोड़सवारी, शस्त्र विद्या, ये सारी तालीम जिहड़ी आनंदपुर साहिब की धरती ते लई। इन्नी वो समर्पित हो गए। एक ग्रंथ विच मैं पढ़िया कि गुरु गोबिंद सिंह जी दे हजूरी सिखां दे विच शुमार हो गए। बाबा दीप सिंह जी हजूरी सिखां विच। मैं बेनती करा कि उस वक्त बहुत मुसीबत भरे समय भी आए। कुछ विद्वानपुर कहंदे आ कि बाबा जी नूं उन्हां दे पिंड तोड़ दिता हजूर ने, तुसीं प्रचार करो। पर जदों सारियां घटनावां वापर गईयां, चमकौर साहिब का साका, सरहंद का साका, हजूर दमदमा साहिब आए। उत्थे सन्मानयोग भाई मनी सिंह जी भी, बाबा दीप सिंह जी भी हजूर दे चरनां विच हाजिर ने। आप सब नूं पता है उत्थे सतगुरां ने श्री गुरु ग्रंथ साहिब का स्वरूप मुकम्मल किया ते गुरु तेग बहादुर साहिब जी की बाणी दर्ज कराई। उत्थे फिर सतगुरां ने 48 गुरसिखां नूं श्री गुरु ग्रंथ साहिब दे अर्थ बोध सुनाए जां अर्थ सुनाए। उन्हां भी सन्मानयोग बाबा दीप सिंह जी भी ने। जदों हजूर इत्थों चलदे ने अगे नूं, ते खास करके जो रवायत परंपरा है कि दमदमी अर्थां दी टकसाल दी प्रारंभता हुंदी है। उत्थे बाबा दीप सिंह जी की जो सेवा लाई गई, उहदे विच पहला काम इन्हां नूं जिम्मे सी कि विद्यार्थियों नूं विद्या पढ़ाना। महाराज ने कहा तुसीं विद्यार्थियों नूं विद्या पढ़ानी है। दूसरा सी जी
कि तुसी अमृत संचार करने ने ते रहत मर्यादा दी परपक्ता, रहत मर्यादा दृढ़ करानी है। तीसरा, गुरबाणी दी कथा करनी है ते पिंडां विच गुरबाणी दा प्रचार करना है। विद्या पढ़ानी, अमृत संचार कराने, रहत मर्यादा परपाक करानी, गुरु ग्रंथ साहिब दी कथा सिखानी, कथा करनी, अर्थबोध दसने, विद्यार्थियों नूं पढ़ाना। चौथा काम कि जदों पंथ ते भीड़ा आ जाए ते तुसी पंथ दा साथ देना। मैं बेनती करा, हजूर सच्चे पातशाह चले गए, बाबा दीप सिंह जी दमदमा साहिब टेक गए, बाबा बंदा सिंह बहादुर जी वो आए, उन्होंने आके वजीर खान नूं जदों सौदा लाया, सरहंद दी जित विच बाबा दीप सिंह जी ने शमूलीयत की है। चप्पड़चिड़ी दा मैदान जदों सरहंद फतेह की, रतन सिंह भंगू ने जिक्र भी किया, थोड़ा जिहा किया पंथ प्रकाश विच, बाबा दीप सिंह जी शामिल गए। मैं बेनती करा, बाबा बंदा सिंह बहादुर आनंदपुर साहिब गए, एक विद्वान कहंदा 3 महीने बाबा दीप सिंह जी ने आनंदपुर साहिब कथा की। बाबा बंदा सिंह बहादुर जी ने उस वक्त संगत विच बाबा दीप सिंह जी लिए बहुत सम्मानित शब्द वरते कि ये गुरसिख ने, महान ने, इन्हां दी रसना ते सतगुरां दा निवास है। जदों उन्हां दे अपने निजी जीवन दी सिफत हुई ते बाबा दीप सिंह जी ने हथ जोड़ के निमरता पूर्वक ये बेनती की जी कि ये सारियां बख्शां धन गुरु गोबिंद सिंह महाराज जी दियां ने, उन्होंने जिंदा शहीद का खिताब दिता गया। मैं अर्ज करा, उदों फिर खेड़ा भी होया, बाद विच बंदई खालसा तत खालसा। मुकदी गल की बाबा बंदा सिंह बहादुर शहीद हो गए, बाबा दीप सिंह जी दमदमा साहिब टेक गए। उन्हें इस तरह विद्यार्थियों को पढ़ाना, गुरु ग्रंथ साहिब की संथ्या, कीर्तन, पाठ, अमृत संचार। मैं कहना जिथे 18 शेर का खंडा चलाने वाला गुरसिख है, उसे हथ नाल कलम की कानी पकड़ी, कलम पकड़ी ते 4 गुरु ग्रंथ साहिब के स्वरूपों का उचा उतारा किया। 4 गुरु ग्रंथ साहिब के स्वरूप बाबा दीप सिंह जी ने लिखे गुरमुखी लिपि विच। मैं आपनू पहला बेनती इशारा कर चुका कि तीसर रूप सिख है मोर, गुरबाणी रत निस अर भोर। 4 स्वरूप गुरु ग्रंथ साहिब के खस्ताना लिख के 4 तख्तां दे उत्ते भेजे। एक रवायत है, क्या जाता है कि एक स्वरूप बाबा जी ने अरबी विच लिखिया है। चलो कई सज्जन फारसी शब्द वरते, अरबी विच उन्होंने गुरु ग्रंथ साहिब का स्वरूप लिख के अरब विच भेजिया है। हुण किन्ने वड्डे विद्वान ने कि पूरे गुरु ग्रंथ साहिब नूं, इस बाणी नूं जिहड़ी गुरमुखी स्क्रिप्ट विच है, गुरमुखी लिपि विच है, उन्होंने अरबिक विच लिख देना, अरबी विच लिख देना। एक दो अंग होवे गल वखरी, पूरे गुरु ग्रंथ साहिब का स्वरूप अरबी विच लिखना। बाबा जी किड्डे कु वड्डे अरबी दे विद्वान ने। मैं फिर अर्ज की, कहना सौखा है कि अरबी च लिख दिता। असी कथा करने आ, जिन्ने मर्जी संसार कही जाए, एक दूजे नूं महान मन, अरबी दी पकड़, फारसी दी पकड़। ते हालांकि आप सब नूं पता है भी खास करके संस्कृत ते फारसी अरबी एदा मूल बेसिक लफ्जां दी पहचान, अखरां दी पहचान होनी बहुत जरूरी है, क्योंकि एदे तो बिना गुरबाणी दे अर्थ नहीं खुल सकणगे। हुण जिवें पहली पौड़ी है, हुक्म रजाई चलना नानक लिखिया नाल, हुक्म शब्द अरबी दा ते रजाई शब्द फारसी दा है। ये दोनों शब्द पहली पौड़ी च आ गए। मैं एक दिन अर्ज की, पढ़िया होवे गुनाहगार तां ओमी साधना मारीए। ये ओमी शब्द अरबी दे उम शब्द तो बने। मेरे कहन तो मुराद बेसिक जिहड़े शब्द ने उन्हां दे अर्थां लई उस भाषा दे जिहड़े खरूफ ने ओदी लिपि नूं असीं वर्णमाला कह लो, सीधी गल आपां 35 कहने, उन्हां दी थोड़ी बाती बेसिक पहचान होनी बहुत जरूरी है। पर जे अंदर चाह होवेगा, हुण आप सब नूं पता है फारसी विच जिवें चलो उर्दू कहने, उर्दू तां लश्करी जबान है,
ਉਰਦੂ ਦਾ ਅਰਥ ਤੰਬੂ ਵੀ ਹੁੰਦਾ ਹੈ। ਇਹ ਜਦੋਂ ਆਪਸ ਵਿੱਚ ਵਪਾਰੀ ਮਿਲਦੇ ਸਨ, ਉਹ ਪੱਛਮ ਤੋਂ ਆਏ ਫਾਰਸੀ ਬੋਲਦੇ ਸਨ, ਇਧਰ ਵਾਲੇ ਹਿੰਦਵੀ ਬੋਲਦੇ ਸਨ, ਇਹਨਾਂ ਦੇ ਮਿਲਾਪ ਹੋ ਗਿਆ, ਉਰਦੂ ਬਣ ਗਿਆ। ਇਹਨੂੰ ਰੇਖਤਾ ਵੀ ਕਿਹਾ ਗਿਆ, ਡਿੱਗੀ ਹੋਈ ਭਾਸ਼ਾ। ਖੈਰ, ਮੈਂ ਬੇਨਤੀ ਕਰਾਂਗਾ ਕਿ ਬਾਬਾ ਦੀਪ ਸਿੰਘ ਜੀ, ਦੇਖੋ ਹੁਣ ਜਦੋਂ ਅਸੀਂ ਗੁਰਮੁਖੀ ਪੜ੍ਹਨੇ ਆ, ਇੱਕ ਜੱਜਾ ਬੋਲਨੇ ਆ, ਇੱਕ ਯਈਆ ਬੋਲਨੇ ਆ, ਹਨਾ। ਤੇ ਜਦੋਂ ਫਾਰਸੀ ਦੇਖੋਗੇ, ਇੱਕ ਜੀਮ ਹੈ, ਜ਼ਾਲ ਹੈ, ਜ਼ਵਾਦ ਹੈ, ਜ਼ੋਏ ਹੈ, ਜ਼ੇਕ ਹੈ, ਕਿੰਨੀ ਕਿੰਨੀ ਸਾਊਂਡ ਜੱਜੇ ਨਾਲ ਸੰਬੰਧਿਤ ਹੈ। ਮੈਂ ਕਹਿੰਦਾ ਬਾਬਾ ਦੀਪ ਸਿੰਘ ਏਡੇ ਮਹਾਨ ਵਿਦਵਾਨ, ਹੁਣ ਕਿਹੜਾ ਸ਼ਬਦ ਇਹ ਉਹਨਾਂ ਲਈ ਵਰਤਾਂ। ਜਦੋਂ ਅਸੀਂ ਖੰਡੇ ਦੀ ਗੱਲ ਕਰਨੇ ਆ, ਉਹਦੇ ਵਰਗਾ ਸੱਚੀ ਮੁੱਚੀ ਖੰਡਾ ਵਾਹਣ ਵਾਲਾ ਕੋਈ ਨਹੀਂ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਦੀ ਗੱਲ ਚੱਲਦੀ, ਉਹਦੇ ਵਰਗਾ ਕਲਮ ਚਲਾਉਣ ਵਾਲਾ ਵੀ ਕੋਈ ਨਹੀਂ। ਉਹ ਕਲਮ ਕੇ ਵੀ ਧਨੀਕ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਰਬੀ ਵਿੱਚ ਲਿਖਿਆ, ਅਰਬ ਵਿੱਚ ਭੇਜਿਆ। ਜਦੋਂ 12 ਜਥੇ ਸਾਡੇ ਬਣੇ, ਜਿਨ੍ਹਾਂ ਨੂੰ ਅਸੀਂ ਮਿਸਲਾਂ ਕਹਿੰਦੇ ਆ, 12 ਮਿਸਲਾਂ ਵਿੱਚੋਂ ਜਿਹੜੀ ਸ਼ਹੀਦਾਂ ਦੀ ਮਿਸਲ ਹੈ, ਉਹਦੇ ਮੁਖੀ ਜਿਹੜੇ ਪਹਿਲੇ ਨੇ, ਧੰਨ ਧੰਨ ਬਾਬਾ ਦੀਪ ਸਿੰਘ ਬਣੇ ਨੇ। ਉਹ ਸ਼ਹੀਦ ਮਿਸਲ ਦੇ ਮੁਖੀ ਵੀ ਨੇ ਬਾਬਾ ਦੀਪ ਸਿੰਘ ਜੀ। ਸਮਾਂ ਆਇਆ, ਉਹਨਾਂ ਨੇ ਕਲਮ ਚਲਾਈ, ਪ੍ਰਚਾਰ ਕੀਤਾ। ਇੰਨਾ ਜੀਵਨ ਪਵਿੱਤਰ ਪਿਆਰਿਓ, ਜਿਹੜਾ ਗੁਰਬਾਣੀ ਨਾਲ ਰਤਿਆ ਹੈ, ਰਹਿੰਦੀ ਦੁਨੀਆ ਤੱਕ ਜਿੰਨੀ ਗੁਰੂ ਦੀ ਸਿਫਤ ਹੁੰਦੀ ਹੈ, ਗੁਰੂ ਨਾਲ ਜੁੜੇ ਦੇ ਵੀ ਉਨੀ ਹੁੰਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਧੰਨ ਧੰਨ ਸੋ ਗੁਰਸਿੱਖ ਕਹੀਏ, ਜੋ ਸਤਿਗੁਰ ਚਰਨੀ ਜਾਏ ਪਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਬਾਬਾ ਦੀਪ ਸਿੰਘ ਜੀ, ਉਹਨਾਂ ਨੇ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਕਰਦਾ, ਦੁਰਾਨੀ ਅਹਿਮਦ ਸ਼ਾਹ ਦੁਰਾਨੀ ਅਬਦਾਲੀ, ਉਹਦੀ ਇੱਛਾ ਵੀ ਹਰਮੰਦਰ ਸਾਹਿਬ ਨੂੰ ਖਤਮ ਕੀਤਾ ਜਾਏ, ਸਰੋਵਰ ਪੂਰ ਦਿੱਤਾ ਗਿਆ ਜਹਾਨ ਖਾਨ। ਪਰ ਬਾਬਾ ਜੀ ਨੂੰ ਖਬਰ ਮਿਲਦੀ ਹੈ, ਭਾਵੇਂ ਆਪ ਜੀ ਮਨਾ ਤਾਂ ਜਨਮ ਦਿਨ ਹੀ ਰਹੇ ਨਾ। ਤੇ ਮੈਂ ਰਾਤ ਸ਼ਹੀਦਾਂ ਵੀ ਤੇ ਇੱਕ ਗੱਲ ਕਹੀ ਸੀ ਕਿ ਯਾਦ ਰੱਖਿਓ ਕਿ ਕੁਝ ਸ਼ਖਸੀਅਤਾਂ ਐਸੀਆਂ ਨੇ, ਉਹਨਾਂ ਦੀ ਜ਼ਿੰਦਗੀ ਦੀ ਕਿਸੇ ਵੀ ਘਟਨਾ ਦਾ ਜ਼ਿਕਰ ਕਰੋ, ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਉਹਨਾਂ ਦੀ ਗੱਲ ਮੁਕੰਮਲ ਨਹੀਂ ਹੁੰਦੀ। ਇਸ ਤਰ੍ਹਾਂ ਹੈ ਜੀ। ਤੁਸੀਂ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰੋ, ਜਨਮ ਨਾਓ, ਪਰ ਬੰਦ ਕੱਟਣ ਦੀ ਗੱਲ ਸਾਹਮਣੇ ਆ ਜਾਏਗੀ। ਭਾਈ ਤਾਰੂ ਸਿੰਘ ਜੀ ਲੰਗਰ ਛਕਾਉਂਦੇ ਆ, ਤੇ ਮੈਂ ਕੱਲ ਪਾਉ ਪਿੰਡ ਕਿਹਾ ਕਿ ਨੇੜੇ ਪੂਲਾ ਪਿੰਡ ਨੇੜੇ ਹੈ ਨਾ ਪਾਉ ਪਿੰਡ ਦੇ। ਮੈਂ ਕਿਹਾ ਇਸ ਦੋ ਪਿੰਡਾਂ ਦੇ ਸਿੱਖਾਂ ਨੇ ਵੱਖਰਾ ਹੀ ਪਰਨ ਕੀਤਾ, ਇਹਨਾਂ ਦੋਨਾਂ ਨੇ ਮੌਤ ਨੂੰ ਚੈਲੰਜ ਕੀਤਾ। ਬਾਬਾ ਦੀਪ ਸਿੰਘ ਕਹਿੰਦੇ ਨੇ, ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰਮੰਦਰ ਦਰਬਾਰ ਸਾਹਿਬ ਨਹੀਂ ਪਹੁੰਚ ਜਾਂਦਾ, ਨਹੀਂ ਮਰਨਾ। ਚੈਲੰਜ ਹੈ ਨਾ। ਮੈਂ ਉਹਨਾਂ ਸਮਾਂ ਨਹੀਂ ਮਰਾਂਗਾ। ਇਹਦਾ ਮਤਲਬ ਜਿਹੜੀ ਮੌਤ ਨੂੰ ਕਹਿੰਦੇ ਆ ਕਦੀ ਵੀ ਆ ਸਕਦੀ ਹੈ। ਉਹ ਕਹਿੰਦਾ ਮੈਂ ਨਹੀਂ ਮਰਾਂਗਾ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਹੀਂ ਪਹੁੰਚ ਸਕਦਾ। ਤੇ ਭਾਈ ਤਾਰੂ ਸਿੰਘ ਕਹਿੰਦਾ, ਉਹ ਜ਼ਕਰੀਆ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਤੇਰੀ ਮੌਤ ਨਹੀਂ ਹੁੰਦੀ। ਇਹ ਦੋਵੇਂ ਘਟਨਾਵਾਂ ਸੱਤ ਨੇ। ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਕੋਈ ਸਿੰਘ ਤੁਰਦੇ ਆ। ਯਾਦ ਰੱਖਿਓ, ਮੈਂ ਪਿਛਲੇ ਦਿਨ ਵੀ ਕਿਹਾ, ਪੰਜਾਬ ਦੀ ਧਰਤੀ ਦੀ ਤਸਵੀਰ ਐਸੀ ਹੈ, ਇੱਥੇ ਸਤਿਗੁਰਾਂ ਨੇ ਉਹ ਬਖਸ਼ਾਂ ਕਰ ਦਿੱਤੀਆਂ ਨੇ। ਇਸ ਸੰਬੰਧੀ ਕਦੀ ਕੋਈ ਭੁਲੇਖਾ ਨਾ ਰੱਖੇ। ਤੇ ਵੀ ਅਰਜ਼ ਕਰੀਏ, ਮਾਲਕ ਅੱਜ ਜਿਹੜਾ ਸ਼ਬਦ ਆਇਆ ਨਾ, ਜਿਨ ਤੂੰ ਭੇਜੇ ਤਿਨੇ ਬੁਲਾਏ, ਸੁਖ ਸਹਿ ਸੇਤੀ ਕਰ ਆਓ। ਮੈਂ ਤੇ ਕਹਿੰਦਾ ਸਤਿਗੁਰੂ, ਜਿਵੇਂ ਅੱਜ ਤੁਸੀਂ ਅਸੀਸ ਹੀ ਦਿੱਤੀ ਹੋ, ਬੈਠੇ ਹੋਏ ਸਿੱਖੋ, ਤੁਹਾਡੀਆਂ ਮੁਸੀਬਤਾਂ ਕੱਟੀਆਂ ਜਾਣਗੀਆਂ, ਤੁਸੀਂ ਘਰ ਵਾਪਸ ਜ਼ਰੂਰ ਆਓਗੇ। ਮੈਂ ਆਪ ਨੂੰ ਬੇਨਤੀ ਕਰਾਂ, ਪਰ ਮਰਿਆਦਾ ਨਾ ਛੱਡਿਓ। ਜਿਹੜਾ ਬੰਦਾ ਅਨੁਸ਼ਾਸਨ ਦੀ ਉਲੰਘਣਾ ਕਰਨ ਲੱਗ ਪਏਗਾ, ਛੇਤੀ ਕਾਮਯਾਬੀ ਨਹੀਂ ਹੁੰਦੀ। ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਜੀ ਕਿੰਨੇ ਕੁ ਜਣੇ ਸਨ ਜੀ, 8-7 ਸਿੰਘ ਜੀ ਦਮਦਮਾ ਸਾਹਿਬ, ਉੱਥੇ ਖਬਰ ਮਿਲੀ ਬਸ ਚੱਲ ਪਏ। ਇਹ ਤਾਂ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਦੀ ਘਰ ਦੀ। ਤੇ ਕਦੀ ਮੈਂ ਨਿਰਾਸ਼ ਹੋ ਕੇ ਸ਼ਬਦ ਨਹੀਂ ਵਰਤੇ। ਜਿਵੇਂ ਆਪਾਂ ਬੜੇ ਸੁਣਦੇ ਰਹੇ ਵੀ ਜਵਾਨੀ ਖਤਮ ਹੋ ਗਈ, ਸਾਰੇ ਹੁਣ ਦੂਜੇ ਪਾਸੇ ਬੋਲਣ ਲੱਗ ਪਏ।
पर मैं इत्थे सतगुरु दी उरी च कोई मैं दावा नहीं कर रहा, मैं तो इन्ना आसवंद खां सारे खत्म हो जान, जे एक सिख किते जिउंदा रहा फिर पंथ नूं खड़िया कर देवेगा। ये सतगुरु गुरु गोबिंद सिंह जी दी बख्शिश है। ये किसी दी बनाई कोई पोलीटिकल पार्टी नहीं। खालसा खालसा होवे जिदे अंदर गुरु गोबिंद सिंह दा तेज प्रताप है, ते पंथ होवे जिदियां जड़ां गुरु दे शब्द ते खलोतियां ने, ते जिदियां जड़ां विच गुरु गोबिंद सिंह दे पुत्रां दा खून पिया होया है। केवल इमोशनल कर ली नहीं। हजूर सच्चे पातशाह महाराज उन्हां दे घर दी बेदबी सुनी, बाबा जी चले। प्यारिओ तरन तारन सब तक आउंदा हजारां दी गिनती हो गई। वाह वाह, उस बजुर्ग ने फिर लकीर खिंची सारे स्थान ने तुहाडे कोल भी ओ आयो मेरे पिछे जिन्हें मरना है। किसे बंदे ने लीक नूं छड्डिया नहीं, सारे टप गए, कोई नहीं पिछे मुड़िया। प्यारिओ जिहड़ी आश्चर्य खेड वापरी, मैं कहना जिस नौजवान ने बाबा जी नूं वंगारिया, आखिर ताकत उहदे कोल भी है ना, ये वंगार देना मेरे सामने आ। ज्ञानी ज्ञान सिंह लिखते ने ओदियां बाहां च ताकत बड़ी, उन्हें वंगारिया। सन्मानयोग बाबा दीप सिंह ते कट्ठा जदों सांझा वार कीता, उन्हां दे मुताबिक सांझे वार नाल दोनां दे सिर जमीन उत्ते डिग पवे। चली तेग अत बेग स्यों दू केर बलधार, उतर गए सीस दुआ के परस पर एक सार। पंथ प्रकाश दोनों दे सीस पर। मैं इत्थे कहना हुन्ना, जिन्ने सिर लवाया वह पठान भी ताकत वाला है। ਉਹਦੇ ਚ ਇੰਨੀ ਤਾਕਤ ਉਹ ਬਾਹਾਂ ਨਾਲ ਸਿਰ ਲਾ ਸਕਦਾ ਹੈ, ਤੇ ਇਹਨਾਂ ਅੰਦਰੋਂ ਨਿਡਰਕ ਹੈ, ਸਿਰ ਲਵਾ ਸਕਦਾ ਹੈ। ਉਹਦੀ ਕਹਾਣੀ ਇੱਥੇ ਮੁੱਕ ਗਈ। ਪਰ ਬਾਬਾ ਦੀਪ ਸਿੰਘ ਉਹ ਗੁਰੂ ਦਾ ਨਵਾਜਾ ਸਿੱਖ ਹੈ, ਜਿਹੜਾ ਸਿਰ ਉਤਰੇ ਹੋਏ ਨੂੰ ਤਲੀ ਤੇ ਰੱਖ ਕੇ ਗੁਰੂ ਵੱਲ ਤੁਰ ਪੈਂਦਾ ਹੈ। ਇਹ ਪਠਾਨ ਕੋਲ ਨਹੀਂ, ਇਹ ਉਸ ਕੋਲ ਨਹੀਂ। ਉਸ ਮਹਾਨ ਗੁਰਸਿੱਖ ਨੂੰ जिन्हें सारी जिंदगी बाणी नूं समर्पित रखे, जिन्हां ने सारी जिंदगी इयों कह लवां जी गुरबाणी बनी है, उस सतगुरु दी बाणी भी समाए। ऐसे गुरसिख उन्हां नूं यही कहना बनदा है, आप लिए लड़ लाए दर दरवेशे, तिन धन जने दी माऊ आए सफल से। अज कहना बनदा है, ओ धनवंत कुलवंत पतवंत जीवन मुक्त, जिस हृदय भगवंत धन 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 जन आया, जिस प्रसाद सब जगत तराया। जन आमन का एक है सुवाओ, जन कै संग चित आवे नाऊ। आप मुक्त मुक्त करे संसार, नानक तिस जन को सदा नमस्कार। यही कहना बनेगा, जन परोपकारी आए, जी दान दे भगती लाइन। हर्ष्यों लैन मिलाए, सच्चा अमर सच्ची पातशाही, सच्चे सेती राते, सच्चा सुख सच्ची वड्याई, जिसके शे तिन जाते। ऐसे महान गुरसिख धन धन बाबा दीप सिंह जी, उन्हां दे जन्म दिवस दी आप समुचे संसार नूं वधाई होवे। आओ इस अमृत बचन दियां तुकां अखीर फिर सुनिए ते बेनती करो सारे, क्योंकि मैं किसी दे कहण ते नहीं, जिन्ने भी सिख जिन्ने होर भी सज्जन जेड़े अपनी मंजिल ते पहुंचण लई अपनी घर दी राखी दे लई बैठे हुए ने, उन्हां लई सारे अरदास करिया करो, सतगुरु उन्हां नूं एक सुरता एक सारता अनुशासन ते मेहर करी, उन्हां नूं कामयाबी बख्शी। ये सारे अरदास करिया करो। आप सब का बहुत बहुत धन्यवाद जी। सन्मानयोग सिंह साहब ज्ञानी जगतर सिंह जी, मंजी साहब जी दे साडे हैड ग्रंथी साहब ज्ञानी जी होनी, समुचे गुरमुख प्यारे पाठ करने वालियां दा धन्यवाद। सिंह साहब तां कहंदे आ भी जिन्ने दिन मर्जी लाओ, पर संगत की सेवा बाहर करने वास्ते जाना पैंदा, इस करके एक दिन की हाज़री भरीए। आओ अज सतगुरां दे चरनां विच फिर अरदास करिए। उस इस शब्द नूं अखीरलियां तुकां सरवण करो जी। जिन के जीव तिनहि फेरे, आपे भया सहाई।
ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।